ਧੰਨ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਜੀ ਵੱਲੋਂ ਉਚਾਰਨ ਕੀਤੀ ਹੋਈ ਬਾਣੀ ਸ੍ਰੀ ਸੁਖਮਨੀ ਸਾਹਿਬ ਇਸ ਦੀ 17ਵੀਂ ਅਸ਼ਟਪਦੀ ਦਾ ਜੋ ਦੂਸਰਾ ਪਦ ਆਪਾਂ ਸਰਵਣ ਕੀਤਾ ਹੈ 285 ਅੰਗ ਤੇ ਇਹ ਸ਼ਬਦ ਸੁਭਾਇਮਾਨ ਹੈ। ਮਹਾਰਾਜ ਜੀ ਇਸ ਪਾਵਨ ਪਵਿੱਤਰ ਸ਼ਬਦ ਦੇ ਵਿੱਚ ਉਸ ਮਨੁੱਖ ਦੀ ਹਾਲਤ ਬਿਆਨ ਕਰਦੇ ਨੇ ਜਿਸ ਨੇ ਨਿਰੰਕਾਰ ਅਕਾਲ ਪੁਰਖ ਪਰਮਾਤਮਾ ਨੂੰ ਜਾਣਿਆ ਹੈ। ਸਤਿਗੁਰੂ ਜੀ ਇਸ ਪਾਵਨ ਪਵਿੱਤਰ ਸ਼ਬਦ ਵਿੱਚ ਕਹਿੰਦੇ ਨੇ, ਸਤ ਸਰੂਪ ਹਿਰਦੇ ਜਿਨ ਮਾਨਿਆ। ਜਿਨ੍ਹਾਂ ਨੇ ਅਕਾਲ ਪੁਰਖ ਪਰਮਾਤਮਾ ਜੀ ਦੇ ਸੱਚੇ ਸਰੂਪ ਨੂੰ ਆਪਣੇ ਹਿਰਦੇ ਦੇ ਵਿੱਚ ਟਿਕਾ ਲਿਆ, ਉਹਨਾਂ ਮਨੁੱਖਾਂ ਦੀ ਹਾਲਤ ਫਿਰ ਇਵੇਂ ਦੀ ਹੋ ਜਾਂਦੀ, ਕਹਿੰਦੇ ਕਰਨ ਕਰਾਵਣ ਤਿੰਨ ਮੂਲ ਪਛਾਨਿਆ। ਜਿਵੇਂ ਗੁਰਬਾਣੀ ਕਹਿੰਦੀ ਹੈ ਕਿ ਸੰਸਾਰ ਦੇ ਜਿੰਨੇ ਵੀ ਜੀਵ ਨੇ ਉਹ ਜੇ ਕੁਝ ਆਪ ਵਸਤੂ ਬਣਾਉਣ ਤੇ ਉਸ ਵਸਤੂ ਨੂੰ ਬਹੁਤ ਵੱਡੀ ਮੰਨ ਲੈਂਦੇ ਨੇ ਕਿ ਉਹ ਵਸਤੂ, ਉਹ ਚੀਜ਼ ਅਸੀਂ ਤਿਆਰ ਕੀਤੀ ਹੈ ਤੇ ਉਹ ਬਹੁਤ ਮਹਾਨ ਹੈ। ਪਰ ਕਹਿੰਦੇ ਇਹਨਾਂ ਦੇ ਵਿੱਚ ਸਤਾ ਟਿਕਾਉਣ ਵਾਲਾ, ਇਹ ਸਾਰੇ ਕਰਮ ਦੇ ਪਿੱਛੇ ਜੋ ਕਾਰਜ ਹੋ ਰਿਹਾ ਹੈ ਉਹ ਕਿਸ ਦਾ ਹੈ? ਉਹ ਅਕਾਲ ਪੁਰਖ ਪਰਮਾਤਮਾ ਜੀਆਂ ਦਾ ਹੈ। ਮਨੁੱਖ ਚਾਹੇ ਅੱਜ ਜੋ ਵੀ ਚੀਜ਼, ਜੋ ਵੀ ਵਸਤੂ ਬਣਾਉਂਦਾ ਹੈ ਤੇ ਕਹਿੰਦਾ ਇਹ ਮੈਂ ਖੋਜ ਕੀਤੀ ਹੈ, ਮੈਂ ਲੱਭੀ ਹੈ ਔਰ ਮੈਂ ਬਣਾਈ ਹੈ। ਪਰ ਸਤਿਗੁਰੂ ਜੀ ਇਹ ਗੱਲ ਮੰਨਦੇ ਨੇ, ਕਹਿੰਦੇ ਤੂੰ ਉਹ ਵਸਤੂਆਂ ਖੋਜੀਆਂ ਕਿੱਥੋਂ, ਉਹ ਵਸਤੂਆਂ ਲੈ ਕੇ ਕਿੱਥੋਂ ਆਇਆ? ਕੁਦਰਤੀ ਵਸਤੂਆਂ ਨੂੰ ਇਕੱਠੀਆਂ ਕਰਕੇ ਤੇ ਉਹਨਾਂ ਵਸਤੂਆਂ ਦਾ ਕੁਝ ਢਾਂਚਾ ਬਣਾ ਦਿੱਤਾ। ਜਿਵੇਂ ਭਗਤ ਰਵਿਦਾਸ ਜੀ ਕਹਿੰਦੇ ਨੇ ਨਾ ਕਿ ਹੁਣ ਜਿਵੇਂ ਸੋਨੇ ਦੇ ਗਹਿਣੇ ਨੇ, ਉਹ ਵੱਖ-ਵੱਖ ਤਿਆਰ ਜਿਹੜੇ ਨੇ ਉਹ ਮਨੁੱਖ ਨੇ ਕੀਤੇ ਨੇ, ਸਰੀਰ ਨੇ ਕੀਤੇ ਨੇ, ਪਰ ਉਹ ਸੋਨਾ ਆਇਆ ਕਿੱਥੋਂ? ਉਹ ਕੁਦਰਤ ਦੀ ਢਾਂਚੇ ਤੇ ਵਿੱਚੋਂ ਹੀ ਆਇਆ ਨਾ, ਧਰਤੀ ਦੇ ਵਿੱਚੋਂ ਹੀ ਕਿਤੇ ਨਾ ਕਿਤੋਂ ਖੋਜਿਆ, ਲੱਭਾ, ਇਹ ਤੱਤ ਦੇ ਵਿੱਚੋਂ ਉਹ ਰਤਨ, ਉਹ ਤੱਤ ਲੱਭੇ, ਉਹ ਵਸਤੂ ਲੱਭੀ ਹੈ। ਉਸ ਤੋਂ ਬਾਅਦ ਇਹਨੂੰ ਘੜਿਆ, ਮਨੁੱਖ ਨੇ ਆਪ ਘੜ ਲਿਆ। ਪਰ ਜੇ ਉਹ ਵਸਤੂ ਹੁੰਦੀ ਨਾ ਤੇ ਘੜਦਾ ਕਿਵੇਂ? ਜੇ ਇਹਨੂੰ ਸੰਸਾਰ ਦੇ ਵਿੱਚੋਂ ਕੁਝ ਲੱਭਦਾ ਹੈ ਤੇ ਉਸ ਵਸਤੂ ਦਾ ਫਿਰ ਇਹ ਇਸਤੇਮਾਲ ਕਰਦਾ, ਜੇ ਉਹ ਹੋਵੇ ਹੀ ਨਾ ਫਿਰ ਇਹ ਬਣਾਵੇਂ ਕਿਵੇਂ? ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਜਿਹੜਾ ਅਕਾਲ ਪੁਰਖ ਪਰਮਾਤਮਾ, ਉਹਨੂੰ ਕਹਿੰਦੇ ਨੇ ਇਹ ਜਾਣਦਾ ਨਹੀਂ ਹੈ। ਕੀਤੇ ਕੋ ਮੇਰੇ ਸਮਾਨੈ ਕਰਨਹਾਰ ਤ੍ਰਿਣ ਜਾਣੈ। ਜੋ ਇਹ ਆਪ ਕਰ ਬੈਠਦਾ ਹੈ, ਕਹਿੰਦਾ ਵੀ ਇਹ ਤਾਂ ਮੈਂ ਪਹਾੜ ਜਿੱਡੀ ਇਹ ਵਸਤੂ ਬਣਾ ਦਿੱਤੀ। ਕੀਤੇ ਕੋ ਮੇਰੇ ਸਮਾਨੈ, ਮੇਰ ਪਰਬਤ ਜਿੱਡਾ ਸਮਝਦਾ ਹੈ ਕਿ ਮੈਂ ਬਹੁਤ ਵੱਡੀ ਵਸਤੂ ਬਣਾ ਦਿੱਤੀ। ਪਰ ਕਹਿੰਦੇ ਕਰਨਹਾਰ ਤ੍ਰਿਣ ਜਾਣੇ, ਜਿਹੜਾ ਕਰਨਹਾਰ ਅਕਾਲ ਪੁਰਖ ਪਰਮਾਤਮਾ ਹੈ ਉਹਨੂੰ ਤ੍ਰਿਣ ਦਾ ਅਰਥ ਹੁੰਦਾ ਹੈ ਕੱਖ ਵੀ ਨਹੀਂ ਜਾਣਦਾ। ਤੇ ਸਤਿਗੁਰੂ ਜੀ ਇੱਥੇ ਕਹਿੰਦੇ ਨੇ ਜਿਨ੍ਹਾਂ ਨੇ ਅਕਾਲ ਪੁਰਖ ਪਰਮਾਤਮਾ ਜੀ ਦੇ ਸਤ ਸਰੂਪ ਨੂੰ ਹਿਰਦੇ ਦੇ ਵਿੱਚ ਮੰਨ ਲਿਆ ਨਾ, ਉਹ ਇਹ ਗੱਲ ਨਹੀਂ ਕਹਿੰਦੇ ਕਿ ਸਭ ਕੁਝ ਮੈਂ ਕੀਤਾ ਹੈ ਜਾਂ ਇਹ ਮੈਂ ਘਾੜਤ ਕੜੀ ਹੈ। ਉਹ ਇੱਕ ਹੀ ਗੱਲ ਕਹਿੰਦੇ ਨੇ ਕਿ ਜਿਸ ਕਾ ਕਾਜ ਤਿਨਹੀ ਕੀਆ ਮਾਨਸ ਕਿਆ ਵਿਚਾਰਾ ਰਾਮ। ਕਹਿੰਦੇ ਜਿਸ ਦਾ ਇਹ ਕੰਮ ਸੀ, ਜਿਹਦਾ ਇਹ ਕਾਰਜ ਸੀਗਾ, ਉਸੇ ਨੇ ਆਪ ਕਰਾ ਲਿਆ ਤੇ ਮਾਨਸ ਦਾ, ਵਿਚਾਰੇ ਦਾ ਕੀ ਪਾਇਆ ਜਾਂ ਕੀ ਉਹਦਾ ਰੋਲ ਹੈ। ਤੇ ਸਤਿਗੁਰੂ ਜੀ ਤਾਂ ਹੀ ਇੱਥੇ ਕਹਿੰਦੇ ਨੇ, ਕਹਿੰਦੇ ਅਕਾਲ ਪੁਰਖ ਪਰਮਾਤਮਾ ਜੀ ਨੂੰ ਜਦੋਂ ਤੈਨੂੰ ਇਉਂ ਲੱਗੇ ਕਿ ਸਭ ਕੁਝ ਮੈਂ ਹੀ ਕਰਦਾ ਪਿਆ ਹਾਂ, ਸਭ ਕੁਝ ਮੇਰੀ
ਦੁਆਰਾ ਬਣਾਏ ਹੋਏ ਸਾਰੇ ਮੇਰੇ ਕਰਮ ਕੀਤੇ ਹੋਏ ਨੇ, ਹੱਥਾਂ ਨਾਲ ਬਣਾਈਆਂ ਹੋਈਆਂ ਵਸਤੂਆਂ ਨੇ। ਤੇ ਉਦੋਂ ਇੱਕ ਗੱਲ ਧਿਆਨ ਦੇ ਵਿੱਚ ਰੱਖ ਲਿਆ ਕਰੀ, ਉਹ ਕਿਹੜੀ? ਜਿਸ ਨੂੰ ਗੁਰਬਾਣੀ ਕਹਿੰਦੀ ਰਮਈਆ ਕੇ ਗੁਣ ਚੇਤ ਪ੍ਰਾਨੀ। ਗੁਰੂ ਅਰਜਨ ਸਾਹਿਬ ਜੀ ਦਾ ਇਹ ਸੁਖਮਨੀ ਸਾਹਿਬ ਜੀ ਦੇ ਵਿੱਚ ਉਪਦੇਸ਼ ਹੈ ਕਿ ਬੰਦਿਆ ਰਮਈਆ ਦੇ ਗੁਣਾਂ ਨੂੰ ਚੇਤੇ ਦੇ ਵਿੱਚ ਰੱਖ। ਰਮਈਆ ਕੇ ਗੁਣ ਚੇਤ ਪ੍ਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ। ਕਿਹੜੀ ਛੋਟੀ ਜੀ ਵਸਤੂ ਤੋਂ ਏਡਾ ਵੱਡਾ ਸਰੀਰ ਬਣ ਗਿਆ, ਇੰਨਾ ਵੱਡਾ ਸਰੀਰ ਬਣਿਆ। ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ। ਕਹਿੰਦੇ ਜਿਸ ਅਕਾਲ ਪੁਰਖ ਪਰਮਾਤਮਾ ਜੀ ਨੇ ਤੈਨੂੰ ਸਾਜਿਆ ਸਵਾਰਿਆ ਹੈ, ਗਰਭ ਅਗਨ ਮੈਂ ਜਿਨੇ ਉਬਾਰਿਆ। ਜਿੱਥੇ ਭੋਜਨ ਵੀ ਸੜ ਜਾਂਦਾ ਹੈ, ਭੋਜਨ ਵੀ ਕੋਈ ਵੀ ਖਾ ਲਵੇ, ਇੱਥੋਂ ਤੱਕ ਕਿ ਸਖਤ ਕਈ ਵਾਰੀ ਬੰਦਾ ਹੱਡੀਆਂ ਵੀ ਖਾ ਲੇ ਤੇ ਉਹ ਹੱਡੀਆਂ ਵੀ ਭੋਜਨ ਜਿਹੜਾ ਪੇਟ ਦੀ ਅੱਗ ਜਿਹੜੀ ਹੈ ਉਹ ਸਾੜ ਦਿੰਦੀ ਹੈ। ਸੋ ਉਸ ਟਿਕਾਣੇ ਦੇ ਉੱਪਰ ਬਚਾਉਣ ਵਾਸਤੇ ਤੈਨੂੰ ਕੌਣ ਸੀਗਾ, ਕਿਹੜੀ ਸੱਤਾ ਸੀ, ਕਿਹੜਾ ਉਹਦੇ ਪਿੱਛੇ ਕਰਮ ਕਰਦਾ ਪਿਆ ਸੀ? ਉਹਦੇ ਪਿੱਛੇ ਰੱਬ ਦੀ ਸ਼ਕਤੀ ਹੀ, ਰੱਬ ਦਾ ਕਰਮ, ਰੱਬ ਦੀ ਕੁਦਰਤ ਜਿਹੜੀ ਬਣਾਈ ਹੋਈ ਹੈ ਉਹ ਕੰਮ ਕਰ ਰਹੀ ਸੀ। ਗਰਭ ਅਗਨ ਮੈਂ ਜਿਨੇ ਉਬਾਰਿਆ, ਮਾਤ ਗਰਭ ਮੈਂ ਆਪਨ ਸਿਮਰਨ ਦੇ। ਜਿਵੇਂ ਗੁਰਬਾਣੀ ਕਹਿੰਦੀ ਹੈ ਕਿ ਮਾਤਾ ਦੇ ਸਰੀਰ ਦੇ ਵਿੱਚ ਤੈਨੂੰ ਆਪ ਦਾ ਰੱਬ ਜੀ ਨੇ ਸਿਮਰਨ ਦੇ ਕੇ ਤਹਿ ਤੁਮ ਰਾਖਣ ਹਾਰੇ, ਉਥੇ ਤੇਰੀ ਰੱਖਿਆ ਕੀਤੀ ਹੈ। ਪਾਵਕ ਸਾਗਰ ਅਥਾਹ ਲਹਿਰ ਮੈਂ ਤਾਰੋ ਤਾਰਨ ਹਾਰੇ। ਸੋ ਹੁਣ ਇੱਥੇ ਸੰਸਾਰ ਦੇ ਵਿੱਚ ਵੀ ਕਿ ਰੱਬ ਜੀ ਇੱਥੇ ਅਗਨੀ ਹੈ, ਮੋਹ ਦਾ ਚਿੱਕੜ ਹੈ। ਪਾਵਕ ਸਾਗਰ ਅਥਾਹ ਲਹਿਰ ਮੈਂ ਤਾਰੋ ਤਾਰਨ ਹਾਰੇ, ਹੁਣ ਇੱਥੇ ਵੀ ਬਚਾ ਲਵੋ। ਰਮਈਆ ਕੇ ਗੁਣ ਚੇਤ ਪ੍ਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ। ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਗਰਭ ਅਗਨ ਮੈਂ ਜਿਨੇ ਉਬਾਰਿਆ। ਜਿਸ ਪ੍ਰਮਾਤਮਾ ਨੇ ਤੇਰੀ ਰੱਖਿਆ ਕੀਤੀ। ਫਿਰ ਉਸ ਤੋਂ ਬਾਅਦ ਕਹਿੰਦੇ ਜਦੋਂ ਤੂੰ ਬਾਲਕਾ ਸੀ ਨਾ, ਛੋਟਾ ਸੀ, ਉਦੋਂ ਤੂੰ ਮੰਗ ਕੁਝ ਨਹੀਂ ਸਕਦਾ ਸੀ ਮੂੰਹ ਦੇ ਨਾਲ, ਕਿਉਂਕਿ ਰਸਨਾ ਸ਼ਬਦ ਨੂੰ ਸੁਣੇਗੀ। ਇਹ ਕੰਨਾਂ ਤੋਂ ਜਦੋਂ ਸ਼ਬਦ ਸੁਣਦਾ ਹੈ ਨਾ, ਤੇ ਉਸ ਸ਼ਬਦ ਨੂੰ ਸੁਣ ਕੇ ਫਿਰ ਰਸਨਾ ਤੇ ਲੈ ਕੇ ਆਉਂਦਾ ਹੈ। ਜੇ ਇਹ ਸੁਣ ਹੀ ਨਾ ਸਕਦਾ ਤੇ ਬੋਲ ਵੀ ਨਹੀਂ ਸਕਣਾ ਸੀ ਇਹਨੇ। ਸ਼ਬਦ ਸੁਣੇ ਤੇ ਸ਼ਬਦ ਸੁਣਨ ਤੋਂ ਬਾਅਦ ਇਹਨੂੰ ਪਤਾ ਲੱਗਾ ਕਿ ਮਾਂ ਆਖਣਾ ਹੈ, ਪਿਤਾ ਆਖਣਾ ਹੈ, ਕੀ ਵਸਤੂ ਮੰਗਣੀ ਹੈ, ਕਿਹੜੀ ਵਸਤੂ ਦਾ ਕੀ ਨਾਮ ਹੈ। ਪਰ ਕਹਿੰਦੇ ਉਸ ਸਮੇਂ ਵੇਖ ਅਕਾਲ ਪੁਰਖ ਪਰਮਾਤਮਾ ਨੇ ਤੇਰੀ ਤਦੋਂ ਵੀ ਰੱਖਿਆ ਕੀਤੀ ਹੈ ਕਿ ਉਸ ਸਮੇਂ ਜਦੋਂ ਤੂੰ ਰੋਇਆ ਤੇ ਬਾਰ ਵਿਵਸਥਾ ਤੁਝੇ ਪਿਆਰੇ, ਦੂਧ ਤੈਨੂੰ ਦੁੱਧ ਮਿਲ ਗਿਆ। ਇਸ ਕਰਕੇ ਕਹਿੰਦੇ ਨੇ ਜਿਨ੍ਹਾਂ ਨੇ ਪ੍ਰਮਾਤਮਾ ਜੀ ਨੂੰ ਜਾਣ ਲਿਆ ਨਾ, ਉਹਨਾਂ ਦੇ ਲਈ ਸਾਰਾ ਕੁਝ ਕਰਨ ਕਰਾਵਣ ਵਾਲਾ ਮੂਲ ਜਿਹੜਾ ਹੈ ਉਹ ਪ੍ਰਮਾਤਮਾ ਹੈ। ਸਤ ਸਰੂਪ ਹਿਰਦੇ ਜਿਨ ਮਾਨਿਆ, ਕਰਨ ਕਰਾਵਣ ਤਿਨ ਮੂਲ ਪਛਾਨਿਆ। ਫਿਰ ਬੰਦਾ ਕਵੇ ਕਿ ਜੋ ਅਸੀਂ ਸੰਸਾਰ ਦੇ ਵਿੱਚ ਕਰਦੇ ਹਾਂ, ਜੇ ਬੁਰਾਈਆਂ ਕਰਦੇ ਹਾਂ, ਤੇ ਕਹਿੰਦੇ ਨੇ ਕਿ ਇਹ ਬੁਰਾਈਆਂ, ਇਹ ਬੁਰੇ ਕਰਮ ਵੀ ਪ੍ਰਮਾਤਮਾ ਸਾਡੇ ਤੋਂ ਕਰਾ ਰਿਹਾ ਹੈ, ਕਿਉਂਕਿ ਸਭ ਕੁਝ ਕਰਾਉਣ ਵਾਲਾ ਅਕਾਲ ਪੁਰਖ ਪ੍ਰਮਾਤਮਾ ਹੀ ਹੈ। ਪਰ ਸਤਿਗੁਰੂ ਜੀ ਕਹਿੰਦੇ ਨੇ ਇੱਕ ਗੱਲ ਧਿਆਨ ਦੇ ਵਿੱਚ ਰੱਖਣ ਵਾਲੀ ਹੈ ਕਿ ਜੇ ਬੰਦਾ ਆਖੇ ਕਿ ਮੈਂ ਕੁਝ ਵੀ ਕਰਨ ਦੇ ਸਮਰੱਥ ਹਾਂ, ਮੈਂ ਕੁਝ ਵੀ ਕਰ ਸਕਦਾ ਹੈ, ਤੇ ਮਹਾਰਾਜ ਨੇ ਇਸ ਬਾਰੇ ਵੀ ਆਖਿਆ, ਕਹਿੰਦੇ ਇਸ ਕੇ ਹਾਥ ਹੋਏ ਤਾਂ ਸਭ ਕੁਛ ਲੈ। ਕਹਿੰਦੇ ਉਹ ਤਾਂ ਪ੍ਰਮਾਤਮਾ ਹੈ ਜਿਹੜਾ ਔਗਣਹਾਰਿਆਂ ਨੂੰ ਵੀ ਰੋਟੀ ਦਿੰਦਾ ਹੈ, ਪਾਪੀਆਂ ਨੂੰ ਵੀ ਰਿਜ਼ਕ ਦਿੰਦਾ ਹੈ, ਚੋਰਾਂ ਦੀ ਰੱਖਿਆ ਵੀ ਕਰਦਾ ਹੈ, ਸਭ ਨੂੰ ਭੋਜਨ ਦਿੰਦਾ ਹੈ, ਰਿਜ਼ਕ ਦਿੰਦਾ ਹੈ। ਪਰ ਕਹਿੰਦੇ ਨੇ ਮੰਨ ਕੇ ਚੱਲੋ ਵੀ ਜੇ ਇੱਕ ਬੰਦੇ ਦੇ ਹੱਥ ਦੇ ਵਿੱਚ ਇਹ ਰਾਜ ਸੱਤਾ ਅਕਾਲ ਪੁਰਖ ਪਰਮਾਤਮਾ ਜੀ ਦੀ ਜਿਹੜੀ ਕੁਦਰਤ ਹੈ ਉਹਨੂੰ ਭੋਜਨ ਦੇਣ ਦੀ ਵਾਰੀ ਆ ਜਾਵੇ ਤੇ ਫਿਰ ਇਹ ਕੀ ਕਰੇਗਾ? ਇਸ ਕੇ ਹਾਥ ਹੋਏ ਤਾਂ ਸਭ ਕੁਛ ਲੈ। ਇਹਨੇ ਦੇਣਾ ਹੀ ਕਿਸੇ ਨੂੰ ਨਹੀਂ ਹੈ, ਇਹਨੇ ਕਿਸੇ ਨੂੰ ਨਹੀਂ ਵੰਡਣਾ। ਇਹਨੇ ਕਹਿਣਾ ਵੀ ਸਾਰਾ ਮੇਰੇ ਕੋਲ ਹੀ ਆ ਜਾਵੇ, ਸਭ ਮੈਂ ਹੀ ਇਕੱਠਾ ਕਰਕੇ ਰੱਖ ਲਵਾਂ। ਇਸਕੇ ਹਾਥ ਹੋਏ ਤਾਂ ਸਭ ਕੁਛ ਲੈ। ਪਰ ਕਹਿੰਦੇ ਨੇ ਇਹਦੇ ਹੱਥ ਦੇ ਵਿੱਚ ਹੋਵੇ, ਇਹਨੇ ਸਾਰਾ ਇਕੱਠਾ ਕਰਕੇ ਆਪਣੇ ਵਾਸਤੇ ਰੱਖ ਲੈਣਾ ਹੈ। ਪਰ
ਇਹ ਅਕਾਲ ਪੁਰਖ ਪ੍ਰਮਾਤਮਾ ਜੀ ਦੇ ਹੱਥ ਦੇ ਵਿੱਚ ਹੈ। ਜੋ ਤਿਸ ਭਾਵੇ ਸੋਈ ਕਰੇ। ਜੋ ਪ੍ਰਮਾਤਮਾ ਨੂੰ ਚੰਗਾ ਲੱਗਦਾ ਹੈ ਉਹੀ ਕਰਦਾ ਹੈ। ਕਿਉਂਕਿ ਜੇ ਨਿਆਮ ਪ੍ਰਣਾਲੀ ਬੰਦੇ ਦੇ ਹੱਥ ਦੇ ਵਿੱਚ ਆ ਗਈ ਨਾ, ਤੇ ਜਿਵੇਂ ਅੱਜ ਦੇ ਸਮੇਂ ਦੇ ਵਿੱਚ ਜਿਹਨੇ ਗੁਨਾਹ ਨਹੀਂ ਕੀਤਾ ਹੁੰਦਾ ਉਹਨੂੰ ਸਜ਼ਾ ਮਿਲ ਜਾਂਦੀ, ਤੇ ਜਿਹਨੇ ਗੁਨਾਹ ਕੀਤਾ ਹੁੰਦਾ ਉਹ ਬਰੀ ਹੋ ਜਾਂਦਾ ਹੈ, ਉਹ ਛੁੱਟ ਜਾਂਦਾ ਹੈ। ਇਸੇ ਕਰਕੇ ਅਕਾਲ ਪੁਰਖ ਪ੍ਰਮਾਤਮਾ ਜੀ ਕਹਿੰਦੇ ਨੇ, ਅਕਾਲ ਪੁਰਖ ਪ੍ਰਮਾਤਮਾ ਜਿਹੜਾ ਹੈ ਉਹ ਆਪ ਸੱਚਾ ਹੈ, ਸਾਚਾ ਸਾਹਿਬ ਸਾਚ ਨਾਏ। ਨਾਏ ਦਾ ਅਰਥ ਹੁੰਦਾ ਹੈ ਨਿਆਓ। ਅਸੀਂ ਸੰਸਾਰੀ ਅਦਾਲਤਾਂ ਦੇ ਵਿੱਚੋਂ, ਸੰਸਾਰੀ ਜੇਲ੍ਹਾਂ ਦੇ ਵਿੱਚੋਂ ਛੁੱਟ ਸਕਦੇ ਹਾਂ, ਬਚ ਸਕਦੇ ਹਾਂ, ਪਰ ਜਿਹੜਾ ਅਕਾਲ ਪੁਰਖ ਪ੍ਰਮਾਤਮਾ ਜੀ ਦੀ ਕੁਦਰਤ ਹੈ ਉਹਦੇ ਵਿੱਚੋਂ ਸਾਡਾ ਛੁਟਕਾਰਾ ਨਹੀਂ ਹੋ ਸਕਦਾ। ਉਹਨੇ ਸਾਨੂੰ ਇੱਕ ਦਿਨ ਸਜ਼ਾ ਦੇਣੀ ਹੀ ਦੇਣੀ ਹੈ, ਉਹਦੇ ਵਿੱਚੋਂ ਸਾਨੂੰ ਸਜ਼ਾ ਮਿਲਣੀ ਹੀ ਜ਼ਰੂਰ ਹੈ। ਜੇ ਬੰਦਾ ਆਖੇ ਵੀ ਨਹੀਂ ਇਹਦੇ ਵਿੱਚੋਂ ਸਾਨੂੰ ਕੋਈ ਸਜ਼ਾ ਦੇਣ ਵਾਲਾ ਨਹੀਂ ਹੈ, ਕੋਈ ਸਾਨੂੰ ਮਾਰ ਨਹੀਂ ਸਕਦਾ, ਕੋਈ ਸਾਨੂੰ ਖਤਮ ਨਹੀਂ ਕਰ ਸਕਦਾ, ਪਰ ਇਹ ਨਿਆਂ ਪ੍ਰਣਾਲੀ ਹੈ ਅਕਾਲ ਪੁਰਖ ਪ੍ਰਮਾਤਮਾ ਜੀ ਦੀ। ਕੁਝ ਕੁ ਉਦਾਹਰਨਾਂ ਨੇ। ਕਹਿੰਦੇ ਜਦੋਂ ਵੀ ਅਕਾਲ ਪੁਰਖ ਪ੍ਰਮਾਤਮਾ ਜੀ ਦੇ ਇਸ ਸੰਸਾਰ ਦੇ ਵਿੱਚ ਰਹਿਣ ਵਾਲੇ ਜੀਵਾਂ ਨੂੰ ਜਦੋਂ ਕਿਸੇ ਨੇ ਤੰਗ ਕੀਤਾ, ਤੇ ਉਸ ਬੰਦੇ ਦਾ ਹਾਲਤ ਜਿਹੜੀ ਹੈ ਉਹ ਸੱਚ ਨੂੰ ਜਪਣ ਵਾਲਿਆਂ ਦੇ ਬਚਨਾਂ ਦੇ ਨਾਲ ਬੜੀ ਮਾੜੀ ਹੋਈ। ਬੜੀ ਹਾਲਤ ਉਹਨਾਂ ਦੀ ਮਾੜੀ ਹੋਈ ਕਿ ਉਹਨਾਂ ਨੂੰ ਕੁਦਰਤ ਦੇ ਵਿੱਚ ਜੋ ਰੱਬ ਜੀਆਂ ਦਾ ਜਿਹੜਾ ਇਨਸਾਫ ਸੀਗਾ ਉਹ ਹੋਇਆ, ਤੇ ਫਿਰ ਉਹਨਾਂ ਨੂੰ ਮੂੰਹ ਦੀਆਂ ਖਾਣੀਆਂ ਪਈਆਂ, ਮੌਤ ਨੂੰ ਸਹੇੜਨਾ ਪਿਆ। ਇਵੇਂ ਹੀ ਚੰਦੂ ਸੀ, ਉਹ ਕਹਿੰਦਾ ਕਿ ਮੈਂ ਜਹਾਂਗੀਰ ਬਾਦਸ਼ਾਹ ਦਾ ਦੀਵਾਨ ਹਾਂ, ਤੇ ਮੈਨੂੰ ਕੌਣ ਸਜ਼ਾ ਦੇਣ ਵਾਲਾ ਹੈ। ਜਿਹਦੇ ਕੋਲ ਬਾਦਸ਼ਾਹ ਹੋਵੇ, ਸਮੇਂ ਦਾ ਬਾਦਸ਼ਾਹ, ਜਿਹਦੇ ਸਿਰ ਦੇ ਉੱਪਰ ਹੱਥ ਰੱਖਿਆ ਹੋਵੇ, ਉਹਨੂੰ ਕੌਣ ਸਜ਼ਾ ਦੇ ਸਕਦਾ ਹੈ, ਉਹਨੂੰ ਕੌਣ ਮਾਰ ਸਕਦਾ ਹੈ। ਇਸੇ ਕਰਕੇ ਇਸੇ ਅਹੰਕਾਰ ਦੇ ਵਿੱਚ ਉਹਨਾਂ ਨੇ ਗੁਰੂ ਅਰਜਨ ਸਾਹਿਬ ਜੀਆਂ ਨੂੰ ਤੱਤੀ ਤਵੀ ਦੇ ਉੱਪਰ ਬਿਠਾਇਆ। ਪਰ ਜਦੋਂ ਸਮੇਂ ਦਾ ਗੇੜ ਘੁੰਮਿਆ, ਸੱਚੇ ਸਾਹਿਬ ਦਾ ਨਿਆਂ ਪ੍ਰਣਾਲੀ ਜਿਹੜੀ ਹੈ ਉਹ ਸਮੇਂ ਦਾ ਗੇੜ ਜਦੋਂ ਘੁੰਮਿਆ, ਤੇ ਜਹਾਂਗੀਰ ਬਾਦਸ਼ਾਹ ਨੇ ਖੁਦ ਆਪ ਚੰਦੂ ਨੂੰ ਗੁਰੂ ਹਰਗੋਬਿੰਦ ਸਾਹਿਬ ਜੀਆਂ ਦੇ ਹਵਾਲੇ ਕਰ ਦਿੱਤਾ ਸੀ। ਆਪ ਆਖਿਆ ਕਿ ਇਹਨੂੰ ਜਿਹੜੀ ਤੁਸੀਂ ਮਨ ਭਾਉਣੀ ਸਜ਼ਾ ਦੇਣੀ ਚਾਹੁੰਦੇ ਹੋ ਦੇ ਸਕਦੇ ਹੋ, ਕਿ ਇਸ ਨੇ ਤੁਹਾਡੇ ਪਿਤਾ ਗੁਰੂ ਅਰਜਨ ਸਾਹਿਬ ਜੀਆਂ ਨੂੰ ਤੱਤੀ ਤਵੀ ਦੇ ਉੱਪਰ ਬਿਠਾ ਕੇ ਸ਼ਹੀਦ ਕੀਤਾ ਹੈ। ਫਿਰ ਇਹਦੇ ਨੱਕ ਦੇ ਵਿੱਚ ਨਥੇਲ ਪਾਈ ਗਈ, ਤੇ ਕਹਿੰਦੇ ਨੇ ਫਿਰ ਸੰਗਤਾਂ ਨੇ ਇਹਦਾ ਬਹੁਤ ਬੁਰਾ ਹਾਲ ਕੀਤਾ। ਸੰਗਤਾਂ ਨੇ ਇਸ ਤਰ੍ਹਾਂ ਮਾਰ ਖਾਂਦਾ ਖਾਂਦਾ ਇਹ ਆਪਣੇ ਪ੍ਰਾਣ ਤਿਆਗ ਦਿੰਦਾ ਹੈ। ਹੁਣ ਇਵੇਂ ਹੀ ਹੈ ਜਿਹੜਾ ਜ਼ਕਰੀਆ ਖਾਨ ਹੈ, ਉਹ ਵੀ ਕਹਿੰਦਾ ਹੈ ਕਿ ਮੇਰੇ ਉੱਪਰ ਬਹੁਤ ਵੱਡਾ ਹੱਥ ਹੈ ਬਾਦਸ਼ਾਹ ਦਾ। ਉਹ ਕਹਿੰਦਾ ਵੀ ਮੈਂ ਹੁਣ ਸਿੱਖ ਕੋਈ ਰਹਿਣ ਹੀ ਨਹੀਂ ਦੇਣਾ, ਬਚਨ ਨਹੀਂ ਦੇਣਾ, ਮੈਂ ਸਾਰਿਆਂ ਨੂੰ ਖਤਮ ਕਰ ਦੇਣਾ। ਗੱਲ ਸਿੱਖ ਦੀ ਨਹੀਂ ਹੈ, ਗੱਲ ਅਸਰ ਦੇ ਵਿੱਚ ਕਿਸੇ ਵੀ ਸਰੀਰ ਨੂੰ ਖਤਮ ਕਰਨ ਦੀ ਹੈ। ਕਿ ਜਿਹੜਾ ਸਰੀਰ ਜਿਹਨੂੰ ਗੁਰਬਾਣੀ ਕਹਿੰਦੀ ਹੈ ਕਿ ਅਕਾਲ ਪੁਰਖ ਪ੍ਰਮਾਤਮਾ ਜੀ ਦੇ ਜਪਣ ਵਾਸਤੇ ਇਹ ਮਿਲਿਆ ਹੈ, ਬਹੁਤ ਪਵਿੱਤਰਤਾ ਵਾਲਾ ਸਰੀਰ ਹੈ, ਬੜੀ ਪਵਿੱਤਰ ਦੇਹੀ ਹੈ, ਇਹਦੇ ਰਾਹੀਂ ਅਸੀਂ ਨਿਰੰਕਾਰ ਨੂੰ ਜਪ ਸਕਦੇ ਹਾਂ। ਸੋ ਇਹਨੂੰ ਕੋਈ ਬੰਦਾ ਖਤਮ ਕਰੇ ਤਾਂ ਰੱਬ ਤਾਂ ਗੁੱਸੇ ਹੋਏਗਾ। ਰੱਬ ਅਕਾਲ ਪੁਰਖ ਪ੍ਰਮਾਤਮਾ ਤਾਂ ਗੁੱਸੇ ਹੋਏਗਾ, ਕਿਉਂਕਿ ਉਸ ਪ੍ਰਮਾਤਮਾ ਜੀ ਨੇ ਇਸ ਸਰੀਰ ਨੂੰ ਸਾਜਿਆ ਬਣਾਇਆ। ਤੇ ਜੇ ਇਹ ਬੰਦਾ ਕੋ ਕਰਮ ਕਰਕੇ, ਮਾੜੇ ਕਰਮ ਕਰਕੇ ਕਿਸੇ ਦੂਜੇ ਸਰੀਰ ਨੂੰ ਖਤਮ ਕਰਦਾ, ਮਾਰਦਾ, ਤਾਂ ਉਹਦਾ ਨਿਆਂ ਤਾਂ ਜ਼ਰੂਰ ਮਿਲੇਗਾ ਨਾ। ਫਿਰ ਜ਼ਕਰੀਆ ਖਾਨ ਭਾਈ ਤਾਰੂ ਸਿੰਘ ਜੀ ਨੂੰ ਜਦੋਂ ਗ੍ਰਿਫਤਾਰ ਕਰਕੇ ਲਿਆਇਆ, ਉਹਦੀ ਸਿਪਾਹੀ ਕਰਕੇ ਲਿਆਏ, ਕਹਿੰਦੇ ਵੀ ਆ ਜਿਹੜੇ ਤੇਰੇ ਕੇਸ ਨੇ ਨਾ ਇਹ ਕੱਟ ਦੇਣੇ ਨੇ। ਤੇ ਕੱਟਣੇ ਵੀ ਕਿਵੇਂ ਨੇ? ਕਹਿੰਦੇ ਵੇਖ ਭਾਈ ਤਾਰੂ ਸਿੰਘ, ਆ ਜਿੰਨਾ ਕੇਸਾਂ ਦਾ ਤੂੰ ਮਾਣ ਕਰਦਾ ਨਾ, ਕਹਿੰਦੇ ਮੈਂ ਜੁੱਤੀਆਂ ਮਾਰ ਮਾਰ ਕੇ ਤੇਰੇ ਕੇਸ ਝਾੜ ਦੇਣੇ ਨੇ। ਭਾਈ ਤਾਰੂ ਸਿੰਘ ਜੀ ਕਹਿੰਦੇ ਵੀ ਇਹ ਹੁਣ ਸਮਾਂ ਹੀ ਦੱਸੇਗਾ ਵੀ ਕਿਹਦੇ ਜੁੱਤੀਆਂ ਪੈਂਦੀਆਂ ਨੇ, ਮੇਰੇ ਸਿਰ ਦੇ ਵਿੱਚ ਜੁੱਤੀਆਂ ਪੈਂਦੀਆਂ ਨੇ ਜਾਂ ਤੇਰੇ।
ਕਿਉਂਕਿ ਸਾਚਾ ਸਾਹਿਬ ਸਾਚ ਨਾਏ। ਅਸੀਂ ਬਚ ਨਹੀਂ ਸਕਦੇ, ਸੰਸਾਰੀ ਅਦਾਲਤਾਂ ਤੋਂ ਰਿਹਾ ਹੋ ਸਕਦੇ ਹਾਂ, ਬਚ ਸਕਦੇ ਹਾਂ, ਪਰ ਰੱਬ ਦਾ ਜਿਹੜਾ ਨਿਆਂ ਹੈ ਉਹ ਸੱਚਾ ਹੈ, ਉਹਦੇ ਤੋਂ ਨਹੀਂ ਬਚਿਆ ਜਾ ਸਕਦਾ। ਕਿੱਥੋਂ ਤੱਕ ਭੱਜ ਲਵਾਂਗੇ? ਅਸੀਂ ਉਹਦੇ ਤੋਂ ਲੋਕ ਨਹੀਂ ਸਕਦੇ, ਆਪਣੇ ਆਪ ਨੂੰ ਛੁਪਾ ਨਹੀਂ ਸਕਦੇ। ਸੋ ਕਹਿਣ ਲੱਗੇ ਇਸੇ ਤਰੀਕੇ ਦੇ ਨਾਲ ਜਦੋਂ ਭਾਈ ਤਾਰੂ ਸਿੰਘ ਜੀ ਦਾ ਖੋਪਰ ਲਾਇਆ ਗਿਆ ਤੇ 22 ਦਿਨ ਤੱਕ, ਕਹਿੰਦੇ ਨੇ ਕੁਝ 22 ਜਾਂ 23 ਦਿਨ ਤੱਕ ਭਾਈ ਤਾਰੂ ਸਿੰਘ ਜੀ ਜੀਵਤ ਰਹੇ ਨੇ। ਤੁਸੀਂ ਆਪ ਸੋਚੋ ਕਿ ਖੋਪਰ ਲਹਾ ਦਿੱਤਾ ਜਾਂਦਾ ਹੋਵੇ, ਸਿਰ ਦੇ ਉੱਪਰ ਜਿਹੜੀ ਆ ਖੋਪੜੀ ਹੈ ਉਤਾਰ ਦਿੱਤੀ ਗਈ ਹੋਵੇ ਅੱਧੀ, ਮੌਤ ਆ ਜਾਵੇ ਤੇ ਬੰਦਾ ਸਰੀਰਕ ਛੁਟਕਾਰਾ ਪਾ ਲੈਂਦਾ ਹੈ, ਪਰ 22 ਦਿਨ ਤੱਕ ਜਿਉਂਦੇ ਰਹਿਣਾ ਇਹ ਕਿੰਨੀ ਵੱਡੀ ਗੱਲ ਹੈ, ਬਹੁਤ ਵੱਡੀ ਗੱਲ ਹੈ। ਫਿਰ ਵੀ ਰੱਬ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਣਾ। ਕੋਈ ਇਹੋ ਜਿਹਾ ਸ਼ਬਦ ਨਹੀਂ ਮਿਲਦਾ ਕਿ ਜਿੱਥੇ ਭਾਈ ਤਾਰੂ ਸਿੰਘ ਜੀ ਨੇ ਗਿਲਾ ਕੀਤਾ ਹੋਵੇ ਵੀ ਮੈਂ ਤਾਂ ਰੱਬ ਦਾ ਅਬ ਕਰਦਾ ਸੀਗਾ, ਜਿਵੇਂ ਅੱਜ ਆਪਾਂ ਕਹਿੰਦੇ ਆ ਵੀ ਮੈਂ ਤਾਂ ਲੋਕਾਂ ਨੂੰ ਭੋਜਨ ਛਕਾਉਂਦਾ ਤੇ ਰੱਬ ਮੇਰਾ ਬੁਰਾ ਪਤਾ ਨਹੀਂ ਕਿਉਂ ਕਰ ਦਿੰਦਾ, ਮੈਂ ਤਾਂ ਸੰਸਾਰ ਦੇ ਜੀਵਾਂ ਦਾ ਭਲਾ ਮੰਗਦਾ ਪਰ ਰੱਬ ਮੇਰਾ ਬੁਰਾ ਪਤਾ ਨਹੀਂ ਕਿਉਂ ਕਰ ਦਿੰਦਾ ਹੈ, ਮੈਂ ਤਾਂ ਘਰ ਦੇ ਵਿੱਚ ਕੋਈ ਭੁੱਖਾ ਆ ਜਾਵੇ ਉਹਨੂੰ ਵੀ ਰੋਟੀ ਦੇ ਦਿੰਦਾ ਹੈ, ਫਿਰ ਰੱਬ ਮੇਰਾ ਬੁਰਾ ਪਤਾ ਨਹੀਂ ਕਿਉਂ ਕਰ ਦਿੰਦਾ ਹੈ। ਹੁਣ ਇਸ ਤੋਂ ਵੱਡੀ ਕਿਹੜੀ ਗੱਲ ਹੋ ਸਕਦੀ ਹੈ ਕਿ ਖੋਪਰ ਲੁਹਾ ਦਿੱਤਾ ਗਿਆ ਹੋਵੇ ਤਾਂ ਤਦੋਂ ਵੀ ਆਖੇ ਕਿ ਰੱਬ ਜੀਆਂ ਦੀ ਮਰਜ਼ੀ ਹੈ, ਰੱਬ ਦਾ ਭਾਣਾ ਹੈ, ਹੁਕਮ ਹੈ, ਤੇ ਗੁਰੂ ਵਾਸਤੇ ਮੈਨੂੰ ਆਪਣੇ ਪ੍ਰਾਣ ਵੀ ਤਿਆਗਣੇ ਪੈਣ, ਸਿੱਖੀ ਵਾਸਤੇ ਪ੍ਰਾਣ ਤਿਆਗਣੇ ਪੈਣ, ਤੇ ਮੈਨੂੰ ਕੋਈ ਬਹੁਤਾ ਦੁੱਖ ਨਹੀਂ ਹੈਗਾ। ਮੈਂ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਵਾਂਗਾ, ਕੇਸਾਂ ਤੇ ਸਵਾਸਾਂ ਦੇ ਨਾਲ ਨਿਭਾਵਾਂਗਾ। ਜਦੋਂ ਇੰਨੀ ਗੱਲ ਆਖੀ ਕਿ ਜ਼ਕਰੀਆ ਖਾਨ ਪਤਾ ਨਹੀਂ ਜੁੱਤੀਆਂ ਕਿਦੋਂ ਪੈਣੀਆਂ ਕਿਹਦੇ, ਇਸੇ ਤਰੀਕੇ ਦੇ ਨਾਲ ਫਿਰ ਜ਼ਕਰੀਆ ਖਾਨ ਨੂੰ ਜਦੋਂ ਸਰੀਰਕ ਬੰਦਸ਼ ਹੋ ਗਈ, ਬੰਨ ਪੈ ਗਿਆ, ਕਿਰਿਆ ਨਾ ਕਰ ਸਕਿਆ, ਤੇ ਫਿਰ ਇਸ ਨੂੰ ਨਾ ਚੇਤਾ ਆਇਆ, ਇਹਨੂੰ ਚੇਤਾ ਆਇਆ ਵੀ ਭਾਈ ਤਾਰੂ ਸਿੰਘ ਜੀਆਂ ਦੇ ਨਾਲ ਮੈਂ ਇਵੇਂ ਦੁਰਵਿਹਾਰ ਕੀਤਾ ਹੈ, ਬੜਾ ਮਾੜਾ ਕਰਮ ਕੀਤਾ ਹੈ। ਫਿਰ ਇਹਨੇ ਨਾ ਸਿੱਖਾਂ ਦੇ ਭਾਈ ਸ਼ਬੇਗ ਸਿੰਘ ਜੀ ਦੇ ਰਾਹੀਂ, ਭਾਈ ਸ਼ਬੇਗ ਸਿੰਘ ਜੀ ਦੇ ਰਾਹੀਂ ਸਿੱਖਾਂ ਦੇ ਪਾਸ ਪਹੁੰਚ ਕੀਤੀ ਤੇ ਜਾ ਕੇ ਆਖਿਆ ਕਿ ਮੈਨੂੰ ਭਾਈ ਤਾਰੂ ਸਿੰਘ ਜੀ ਤੋਂ ਮਾਫੀ ਮੰਗਵਾ ਦਿੱਤੀ ਜਾਵੇ, ਕਹਿ ਦਿੱਤਾ ਜਾਵੇ ਕਿ ਭਾਈ ਤਾਰੂ ਸਿੰਘ ਜ਼ਕਰੀਆ ਖਾਨ ਨੂੰ ਮਾਫ ਕਰ ਦਿਓ। ਤੇ ਜਦੋਂ ਸਿੱਖਾਂ ਨੇ ਇਹਨੀ ਗੱਲ ਸੁਣੀ ਤੇ ਉਹਨਾਂ ਨੇ ਆਖਿਆ ਕਿ ਭਾਈ ਤਾਰੂ ਸਿੰਘ ਜੀਆਂ ਨੇ ਇੱਕ ਬਚਨ ਕੀਤਾ ਸੀ ਜ਼ਕਰੀਆ ਖਾਨ ਦੇ ਨਾਲ। ਜ਼ਕਰੀਆ ਖਾਨ ਕਹਿੰਦਾ ਸੀ ਕਿ ਮੈਂ ਭਾਈ ਤਾਰੂ ਸਿੰਘ ਜੁੱਤੀਆਂ ਮਾਰ ਮਾਰ ਕੇ ਤੇਰੇ ਕੇਸ ਝਾੜ ਦਿੰਦੇ ਨੇ, ਤੇ ਭਾਈ ਤਾਰੂ ਸਿੰਘ ਜੀਆਂ ਨੇ ਆਖਿਆ ਸੀ ਵੀ ਸਮਾਂ ਦੱਸੇਗਾ ਵੀ ਜੁੱਤੀਆਂ ਕਿਹਦੇ ਪੈਂਦੀਆਂ ਨੇ। ਇਸ ਕਰਕੇ ਹੁਣ ਭਾਈ ਤਾਰੂ ਸਿੰਘ ਜੀ ਦੀ ਜਿਹੜੀ ਪੈਰ ਦੀ ਜੁੱਤੀ ਹੈ ਉਹ ਜੁੱਤੀ ਲਿਜਾ ਕੇ ਤੁਸੀਂ ਜ਼ਕਰੀਆ ਖਾਨ ਦੇ ਸਿਰ ਦੇ ਵਿੱਚ ਮਾਰੋ ਤਾਂ ਕਿ ਇਹਦੇ ਸਰੀਰ ਦਾ ਜਿਹੜਾ ਬੰਨ ਪੈ ਗਿਆ ਕਿਰਿਆ ਕਰ ਸਕੇ। ਇਵੇਂ ਕੀਤਾ, ਉਹ ਜੁੱਤੀ ਭਾਈ ਤਾਰੂ ਸਿੰਘ ਜੀ ਦੀ ਲਿਜਾ ਕੇ ਤੇ ਕਹਿੰਦੇ ਨੇ ਜ਼ਕਰੀਆ ਖਾਨ ਦੇ ਸਿਰ ਦੇ ਵਿੱਚ ਮਾਰੀ ਤੇ ਉਹਨੂੰ ਥੋੜੀ ਰਾਹਤ ਮਿਲੀ, ਪਰ ਉਹ ਚਲਾਣਾ ਕਰ ਗਿਆ, ਕਾਲ ਚਲਾਣਾ ਕਰ ਗਿਆ, ਮੌਤ ਹੋ ਗਈ। ਇਹ ਹੈ ਰੱਬ ਜੀ ਦੀ ਨਿਆਂ ਪ੍ਰਣਾਲੀ। ਅਸੀਂ ਰੱਬ ਤੋਂ ਜਿਹੜੀ ਰੱਬ ਦੀ ਕੁਦਰਤ ਹੈ ਉਹਦਾ ਜਿਹੜਾ ਨਿਆਂ ਉਹਦੇ ਤੋਂ ਬਚ ਨਹੀਂ ਸਕਦੇ। ਅਸੀਂ ਬੰਦਾ ਕਹਿੰਦਾ ਵੀ ਨਹੀਂ ਮੈਨੂੰ ਕੋਈ ਵੇਖ ਨਹੀਂ ਰਿਹਾ, ਮਹਾਰਾਜ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਵੇਖ, ਕਈ ਅਕਾਲ ਪੁਰਖ ਪਰਮਾਤਮਾ ਜੀ ਦੇ ਵੱਲੋਂ ਦਿੱਤੇ ਹੋਏ ਦੁੱਖ ਨੂੰ ਵੀ ਦਾਤ ਸਮਝ ਲੈਂਦੇ ਨੇ ਤੇ ਕਈ ਸੁੱਖ ਲੈ ਕੇ ਵੀ ਮੁੱਕਰ ਜਾਂਦੇ ਨੇ। ਕੇਤਿਆਂ ਦੁੱਖ ਭੂਖ ਸੱਦ ਮਾਰ, ਕਈਆਂ ਲੋਕਾਂ ਨੂੰ ਦੁੱਖ ਤੇ ਭੁੱਖ ਦੀ ਸਦਾ ਮਾਰ ਪੈਂਦੀ ਆਈ ਹੈ। ਉਹਨਾਂ ਦੇ ਘਰ ਦੇ ਵਿੱਚੋਂ ਦੁੱਖ ਤੇ ਭੁੱਖ ਨਿਕਲੇ ਨਹੀਂ, ਪਰ ਉਹ ਫਿਰ ਵੀ ਰੱਬ ਦਾ ਧੰਨਵਾਦ ਕਰਦੇ ਨੇ। ਕਈ ਕਹਿੰਦੇ ਇਹ ਭੇ ਦਾਤ ਤੇਰੀ ਦਾਤਾਰ, ਰੱਬ ਜੀ ਇਹ ਵੀ ਤੇਰੀ ਬਖਸ਼ਿਸ਼ ਕੀਤੀ ਹੋਈ ਦਾਤ ਹੈ। ਤੇ ਇੱਕ ਉਹ ਨੇ ਜਿਹੜੇ ਕਹਿੰਦੇ ਨੇ ਰੱਬ ਨੇ ਸਾਨੂੰ ਦਿੱਤਾ ਹੀ ਕੁਛ ਨਹੀਂ ਹੈ, ਸਭ ਕੁਝ ਹੋਣ ਦੇ ਬਾਵਜੂਦ ਵੀ। ਤੇ ਮਹਾਰਾਜ ਉਹਨਾਂ ਨੂੰ ਵੀ ਕਹਿੰਦੇ ਕੇਤੇ ਲੈ ਲੈ ਮੁੱਕਰ ਪਾਹੇ। ਕਿੰਨੇ ਬੰਦੇ ਨੇ ਜਿਹੜੇ ਰੱਬ ਦੀਆਂ ਦਾਤਾਂ ਲੈ ਕੇ ਮੁੱਕਰ ਜਾਂਦੇ ਨੇ, ਉਹ ਕਹਿੰਦੇ ਦਿੱਤਾ ਹੀ ਕੁਛ ਨਹੀਂ ਹੈ, ਕੇਤੇ ਲੈ ਲੈ ਮੁੱਕਰ ਪਾਹੇ।
ਕਹਿੰਦੇ ਮਨੁੱਖ ਲੈ ਲੈ ਕੇ ਦਾਤਾ ਮੁੱਕਰ ਜਾਂਦੇ ਨੇ ਕਿ ਰੱਬ ਸਾਨੂੰ ਦਿੰਦਾ ਹੀ ਕੁਛ ਨਹੀਂ ਹੈ, ਰੱਬ ਜੀਆਂ ਨੇ ਸਾਨੂੰ ਕੁਛ ਦਿੱਤਾ ਹੀ ਨਹੀਂ ਹੈ। ਪਰ ਗੁਰਬਾਣੀ ਕਹਿੰਦੇ ਜਿਨ੍ਹਾਂ ਨੇ ਰੱਬ ਜੀ ਦੇ ਸਤ ਸਰੂਪ ਨੇ ਹਿਰਦੇ ਜਿਨ ਮਾਨਿਆ, ਕਰਨ ਕਰਾਵਨ ਤਿਨ ਮੂਲ ਪਛਾਨਿਆ, ਉਹ ਕਹਿੰਦੇ ਨੇ ਸਾਰਾ ਕੁਛ ਹੀ ਕਰਨ ਵਾਲਾ ਇੱਕ ਅਕਾਲ ਪੁਰਖ ਪਰਮਾਤਮਾ ਹੈ, ਕਰਤਾ ਪੁਰਖ ਇੱਕ ਅਕਾਲ ਪੁਰਖ ਪਰਮਾਤਮਾ ਹੈ, ਸਾਰਾ ਕੁਛ ਕਰਨ ਵਾਲਾ। ਤੇ ਕਹਿੰਦੇ ਨੇ ਜਿਨ੍ਹਾਂ ਨੇ ਫਿਰ ਉਸ ਪਰਮਾਤਮਾ ਨੂੰ ਜਾਣ ਲਿਆ, ਉਹ ਕੇਵਲ ਅਕਾਲ ਪੁਰਖ ਪਰਮਾਤਮਾ ਜੀਆਂ ਨੂੰ ਜਪਦੇ ਨੇ। ਉਹ ਕਹਿੰਦੇ ਨੇ ਇਹਦਾ ਮੂਲ ਜਿਹੜਾ ਨਾ ਪਰਮਾਤਮਾ ਹੈ। ਪਰ ਇਹ ਕਿਵੇਂ ਗੱਲ ਬਣੇ? ਸਤਿਗੁਰੂ ਜੀ ਕਹਿੰਦੇ ਨੇ ਜਾ ਕੇ ਹਿਰਦੇ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ। ਜਿਹਦੇ ਹਿਰਦੇ ਦੇ ਵਿੱਚ ਇਹ ਗੱਲ ਉਹੀ ਜਾਣ ਸਕਦਾ ਜਿਹਦੇ ਹਿਰਦੇ ਦੇ ਵਿੱਚ ਵਿਸ਼ਵਾਸ ਬਣ ਜਾਵੇ, ਭਰੋਸਾ ਬਣ ਜਾਵੇ। ਤਤ ਗਿਆਨ ਤਿਸ ਮਨ ਪ੍ਰਗਟਾਇਆ। ਹੁਣ ਵਿਸ਼ਵਾਸ ਭਰੋਸਾ ਬਣੇ ਕਿਵੇਂ ਸਾਡਾ? ਅਕਾਲ ਪੁਰਖ ਪਰਮਾਤਮਾ ਜੀ ਦੇ ਉੱਪਰ ਭਰੋਸਾ ਕਿਵੇਂ ਬਣੇ? ਭਰੋਸਾ ਇਸ ਕਰਕੇ ਨਹੀਂ ਬਣ ਰਿਹਾ ਕਿਉਂਕਿ ਅਸੀਂ ਭਰੋਸਾ ਤੋੜਨ ਵਾਲੇ ਹਾਂ। ਭਰੋਸਾ ਤੋੜਨ ਵਾਲੇ ਕਿਵੇਂ? ਜਦੋਂ ਸੰਸਾਰ ਦੇ ਵਿੱਚ ਇਸ ਜੀਵ ਦਾ ਜਨਮ ਹੋਇਆ ਨਾ, ਜਿਉਂ ਇਸ ਸੰਸਾਰ ਦੇ ਵਿੱਚ ਜਨਮ ਆਇਆ ਤੇ ਸਭ ਤੋਂ ਪਹਿਲਾ ਕੰਮ ਇਹਨੇ ਕੀ ਕੀਤਾ? ਝੂਠ ਬੋਲਣਾ ਸਿੱਖਿਆ। ਆਪਣੇ ਮਾਪਿਆਂ ਦੇ ਨਾਲ ਬੋਲਿਆ, ਫਿਰ ਹੌਲੀ ਹੌਲੀ ਜਿਵੇਂ ਸਕੂਲ ਦੇ ਵਿੱਚ ਗਿਆ ਤੇ ਉੱਥੇ ਜਾ ਕੇ ਇਸਨੇ ਝੂਠ ਬੋਲਣਾ ਆਰੰਭ ਕੀਤਾ, ਝੂਠ ਬੋਲਿਆ। ਫਿਰ ਹੌਲੀ ਹੌਲੀ ਜਿਵੇਂ ਜਿਵੇਂ ਸੰਸਾਰ ਦੇ ਵਿੱਚ ਵੱਧਦਾ ਗਿਆ, ਇਹਨੇ ਕਈਆਂ ਦਾ ਵਿਸ਼ਵਾਸਘਾਤ ਕੀਤਾ, ਕਈਆਂ ਦੇ ਨਾਲ ਝੂਠ ਬੋਲਿਆ। ਤੇ ਇਸ ਬੰਦੇ ਦੀ ਕਹਿੰਦੇ ਨੇ ਗੁਰਬਾਣੀ ਕਹਿੰਦੇ ਨੇ ਝੂਠੇ ਕੀਰੇ ਝੂਠ ਪ੍ਰੀਤ ਛੁਟਕੀ ਰੇ ਮਨ ਛੁਟਕੀ ਰੇ। ਕਹਿੰਦੇ ਝੂਠੇ ਬੰਦੇ ਦੀ ਪ੍ਰੀਤ ਵੀ ਝੂਠੀ ਹੈ, ਅੱਜ ਵੀ ਛੁੱਟੀ ਲੈ ਤੇ ਕੱਲ ਨੂੰ ਵੀ ਉਹਦੀ ਦੋਸਤੀ ਟੁੱਟੀ ਲੈ, ਕਿਉਂਕਿ ਉਹ ਝੂਠਾ ਬੰਦਾ ਹੈ। ਉਹਦੀ ਕੋਈ ਹੈ ਨਹੀਂ ਕਿ ਦੋਸਤੀ ਬੜੀ ਨਿਭਣ ਵਾਲੀ ਹੈ, ਉਹ ਸੱਚਾ ਬੰਦਾ ਨਹੀਂ ਹੈਗਾ। ਝੂਠੇ ਕੀਰੇ ਝੂਠ ਪ੍ਰੀਤ, ਝੂਠੇ ਬੰਦੇ ਦੀ ਦੋਸਤੀ ਵੀ ਝੂਠੀ ਹੁੰਦੀ ਹੈ। ਉਹ ਦੋਸਤਾਨਾ ਵੀ ਇੱਥੇ ਤੱਕ ਹੁੰਦਾ ਕਿ ਜਿਵੇਂ ਚ ਫਿਰ ਉਹਨਾਂ ਨੂੰ ਕੁਝ ਸਾਡੇ ਤੋਂ ਲਾਭ ਹੁੰਦਾ ਹੈ, ਕੁਝ ਮਿਲਦਾ ਹੈ ਤੇ ਤਾਂ ਕਰਕੇ ਉਹਦੀ ਦੋਸਤੀ ਹੈ। ਜੇ ਉਹਨੂੰ ਕੁਝ ਲਾਭ ਨਾ ਮਿਲਿਆ ਉਹਨੇ ਦੋਸਤੀ ਛੱਡ ਦੇਣੀ ਹੈ। ਸੋ ਸਤਿਗੁਰੂ ਜੀ ਕਹਿੰਦੇ ਨੇ ਜਾ ਕੇ ਹਿਰਦੇ ਵਿਸ਼ਵਾਸ ਪ੍ਰਭ ਆਇਆ। ਇਸ ਕਰਕੇ ਇਹ ਵਿਸ਼ਵਾਸ ਬਹੁਤਾ ਨਹੀਂ ਕਰਦਾ ਕਿਉਂਕਿ ਵਿਸ਼ਵਾਸਘਾਤੀ ਹੈ ਬੰਦਾ। ਇਹਨੇ ਪਹਿਲਾਂ ਮਾਪਿਆਂ ਦਾ ਵਿਸ਼ਵਾਸ ਤੋੜਿਆ, ਫਿਰ ਟੀਚਰਾਂ ਦਾ, ਫਿਰ ਹੌਲੀ ਹੌਲੀ ਇਹ ਆਪਣੀ ਨੌਕਰੀ ਪੇਸ਼ੇ ਤੇ ਜਦੋਂ ਕੰਮ ਕਰਦਾ ਰਿਹਾ ਤੇ ਕਈ ਵਾਰੀ ਇਹਨੇ ਝੂਠ ਮਾਰਿਆ ਹੋਵੇਗਾ, ਕਈ ਵਾਰੀ ਤਰਕ ਕੀਤਾ ਹੋਵੇਗਾ, ਕਈ ਵਾਰੀ ਇਹਨੇ ਕੁਝ ਗੁਨਾਹ ਕੀਤੇ ਹੋਣਗੇ, ਕਈ ਵਾਰੀ ਧੋਖਾ ਕੀਤਾ ਹੋਵੇਗਾ, ਕਈ ਵਾਰੀ ਇੱਧਰ ਉੱਧਰ ਦੀਆਂ ਗੱਲਾਂ ਲਿਖ ਦਿੱਤੀਆਂ ਜਿਹਦੇ ਕਰਕੇ ਮੈਨੂੰ ਲਾਭ ਮਿਲ ਜਾਵੇ। ਇਸ ਕਰਕੇ ਬੰਦਾ ਵਿਸ਼ਵਾਸਘਾਤੀ ਹੈ ਤੇ ਇਹਨੂੰ ਰੱਬ ਤੇ ਭਰੋਸਾ ਨਹੀਂ ਵੱਜਦਾ। ਫਿਰ ਤੇ ਵਿਸ਼ਵਾਸਘਾਤੀ ਮਹਾਰਾਜ ਗੁਰੂ ਬਾਣੀ ਦੇ ਵਿੱਚ ਹੀ ਕਹਿੰਦੇ ਨੇ ਫਿਰ ਇਹ ਬੰਦੇ ਦਾ ਤੇ ਪਰਮਾਤਮਾ ਦੇ ਨਾਲ ਜਿਹੜਾ ਵਾਅਦਾ ਕਰਕੇ ਆਇਆ ਸੀ ਨਾ ਕਿ ਸੰਸਾਰ ਦੇ ਵਿੱਚ ਜਾਵਾਂਗਾ ਮੈਂ ਤੁਹਾਡੇ ਬੰਦਗੀ ਕਰਾਂਗਾ, ਤੇ ਉਸ ਨੂੰ ਗੁਰਬਾਣੀ ਕਹਿੰਦੇ ਨੇ ਵਿੱਚੋਂ ਗਰਭੇ ਨਿਕਲ ਆਇਆ, ਖਸਮ ਵਿਸਾਰ ਦੁਨੀ ਚਿੱਤ ਲਾਇਆ। ਖਸਮ ਨੂੰ ਛੱਡ ਦਿੱਤਾ ਤੇ ਦੁਨੀਆ ਦੇ ਨਾਲ ਚਿੱਤ ਜੋੜ ਲਿਆ। ਰੱਬ ਦਾ ਜਿਹੜਾ ਵਾਅਦਾ ਕੀਤਾ ਸੀ ਰੱਬ ਦੇ ਨਾਲ ਉਹ ਛੱਡ ਦਿੱਤਾ। ਪਰਮਾਤਮਾ ਦੇ ਨਾਲ ਜਿਹੜਾ ਵਾਅਦਾ ਕੀਤਾ ਸੀ ਨਾ ਉਹ ਇਹਨੇ ਭੁੱਲ ਗਿਆ, ਇਹ ਛੱਡ ਦਿੱਤਾ। ਉਸ ਤੋਂ ਬਾਅਦ ਤੇ ਸੰਸਾਰ ਦੇ ਵਿੱਚ ਜਦੋਂ ਆਇਆ ਤੇ ਕਹਿੰਦੇ ਨੇ ਲਿਵ ਛੁਟਕੀ ਲੱਗੀ ਤ੍ਰਿਸ਼ਨਾ। ਲਿਵ ਜਿਹੜੀ ਹੈ ਛੁੱਟ ਗਈ, ਤ੍ਰਿਸ਼ਨਾ ਲੱਗ ਗਈ, ਮਾਇਆ ਅਮਰ ਵਰਤਾਇਆ। ਮਾਇਆ ਨੇ ਇਹਦੇ ਉੱਪਰ ਪ੍ਰਭਾਵ ਪਾ ਲਿਆ। ਕਈ ਵਾਰੀ ਅਸੀਂ ਕਹਿੰਦੇ ਆ ਵੀ ਚਲੋ ਹਿੰਦੁਸਤਾਨ ਦੇ ਕੋਲ ਤਾਂ ਇੰਨੇ ਧਾਰਮਿਕ ਗੁਰੂ ਨੇ, ਇੰਨੇ ਧਾਰਮਿਕ ਗ੍ਰੰਥ ਨੇ, ਪਰ ਜਿਹੜੇ ਉਹ ਬਾਹਰ ਦੇ ਲੋਕ ਉਹਨਾਂ ਦੇ ਕੋਲ ਤਾਂ ਕੋਈ ਧਾਰਮਿਕ ਗ੍ਰੰਥ ਵੀ ਨਹੀਂ ਹੈਗਾ, ਕੋਈ ਧਾਰਮਿਕ ਪੋਥੀਆਂ ਵੀ ਨਹੀਂ ਹੈਗੀਆਂ। ਪਰ ਉਹਨਾਂ ਦਾ ਤੁਸੀਂ ਖੁਦ ਜੀਵਨ ਜਾ ਕੇ ਵੇਖੋ, ਕੱਲਾ ਪੈਸਾ ਹੀ ਨਾ ਸੋਚੀਏ, ਉਹਨਾਂ ਦਾ ਜੀਵਨ ਜਾ ਕੇ ਵੇਖੋ, ਨਰਕ ਤੋਂ ਘੱਟ ਨਹੀਂ ਹੈਗਾ। ਜੇ ਕੱਲਾ ਆਪਾਂ ਮਾਇਆ ਪੱਖ ਤੋਂ ਹੀ ਸੋਚਾਂਗੇ ਨਾ ਤਾਂ ਫਿਰ ਉਹ ਸਾਡੇ ਤੋਂ ਬਹੁਤ ਅੱਗੇ ਨੇ, ਪਰ ਜੇ ਅਸੀਂ ਆਚਰਣ ਪੱਖ ਤੋਂ ਸੋਚਾਂਗੇ ਤੇ ਫਿਰ ਉਹ ਸਾਡੇ ਤੋਂ ਬਹੁਤ ਜ਼ਿਆਦਾ ਪਿੱਛੇ ਨੇ। ਕਿਉਂਕਿ ਉਹਨਾਂ ਦੇ ਲਈ ਸਰੀਰ ਦੀ ਕੋਈ ਕੀਮਤ ਨਹੀਂ ਹੈਗੀ। ਸਰੀਰ ਨੂੰ ਉਹ ਨਸ਼ਟ ਕਰਦੇ ਨੇ, ਸਰੀਰ ਦੇ ਵਿੱਚ ਕਿੰਨੀ ਗੰਦਗੀ ਫੈਲਾਉਂਦੇ ਨੇ, ਕਿੰਨਾ ਕੁਛ ਕਰਦੇ ਨੇ, ਸਭ ਕੁਛ ਬੁਰੇ ਕਰਮ ਉਹਨਾਂ ਦੇ ਕੋਲ ਹੈ।
ਤੇ ਇਸੇ ਤਰੀਕੇ ਦੇ ਨਾਲ ਅਸੀਂ ਸੰਸਾਰ ਦੇ ਵਿੱਚ ਜੇ ਆਏ ਆ ਤੇ ਸਾਨੂੰ ਗੁਰੂ ਅਰਜਨ ਸਾਹਿਬ ਜੀ ਵਰਗੇ ਗੁਰੂ ਮਿਲੇ ਨੇ, ਗੁਰੂ ਨਾਨਕ ਸਾਹਿਬ ਜੀ ਵਰਗੇ ਗੁਰੂ ਮਿਲੇ ਨੇ, ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸ਼ਬਦ ਜਿਹੜੇ ਮਿਲੇ ਨੇ, ਉਹ ਸ਼ਬਦਾਂ ਨੂੰ ਅਸੀਂ ਮਾਣੀਏ ਤਾਂ ਅਸੀਂ ਇਸ ਸੰਸਾਰ ਦੇ ਵਿੱਚ ਆਉਣ ਦਾ ਧੰਨਵਾਦ ਹੀ ਨਹੀਂ ਕਰ ਸਕਦੇ ਪ੍ਰਮਾਤਮਾ ਜੀ ਦਾ, ਕਿ ਸਤਿਗੁਰੂ ਜੀ ਧੰਨਵਾਦ ਹੈ ਤੁਹਾਡਾ, ਤੁਸੀਂ ਸਾਨੂੰ ਇਹ ਰੱਬ ਦੇ ਨਾਮ ਦੇ ਨਾਲ ਜੋੜਿਆ। ਤੇ ਸਤਿਗੁਰੂ ਜੀ ਤਾਂ ਬਾਰ-ਬਾਰ ਸਾਨੂੰ ਕਹਿੰਦੇ ਨੇ, ਕਹਿੰਦੇ ਪ੍ਰਮਾਤਮਾ ਦਾ ਅਸੀਂ ਧੰਨਵਾਦ ਸ਼ੁਕਰਾਨਾ ਹੀ ਨਹੀਂ ਕਰ ਸਕਦੇ, ਕਿਉਂਕਿ ਉਸ ਪ੍ਰਮਾਤਮਾ ਜੀ ਨੇ ਸਾਨੂੰ ਦਿੱਤਾ ਹੀ ਬਹੁਤ ਕੁਛ ਹੈ। ਜਿਵੇਂ ਗੁਰਬਾਣੀ ਕਹਿੰਦੀ ਨੇ, ਧਨ ਲక్ష్ਮੀ ਸੁੱਤ ਦੇ ਦਾ ਅਰਥ ਹੈ ਮਹਾਰਾਜ ਸਾਨੂੰ ਦੇਹ ਰੋਗਤਾ ਦੀਆਂ ਦਾਤਾਂ ਬਖਸ਼ਿਸ਼ ਕਰੋ। ਜਾ ਕੇ ਹਿਰਦੇ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ। ਤਤ ਗਿਆਨ, ਕਿਉਂਕਿ ਗਿਆਨ ਤਾਂ ਗਿਆਨ ਹੀ ਹੈ, ਭਾਵੇਂ ਕੋਈ ਵੀ ਹੋਵੇ, ਪਰ ਮਹਾਰਾਜ ਕਹਿੰਦੇ ਨੇ ਨਹੀਂ, ਇੱਕ ਅਧੂਰਾ ਗਿਆਨ ਵੀ ਹੁੰਦਾ ਹੈ। ਅਧੂਰਾ ਗਿਆਨ ਕੀ ਹੁੰਦਾ ਹੈ? ਕਹਿਣ ਨੂੰ ਅਸੀਂ ਸਾਰੇ ਹੀ ਸਿੱਖ ਹਾਂ, ਸਾਰੇ ਹੀ ਅਸੀਂ ਸਿੱਖ ਹਾਂ ਕਿ ਇਹ ਵੀ ਸਿੱਖ ਹੈ, ਇਹ ਵੀ ਸਿੱਖ ਹੈ, ਪਰ ਕਹਿੰਦੇ ਨੇ ਜਦੋਂ ਬੰਦਾ ਪੂਰਨ ਗਿਆਨ ਤੱਕ ਨਾ ਪਹੁੰਚ ਸਕਦਾ ਹੋਵੇ ਤੇ ਅਧੂਰੇ ਗਿਆਨ ਦੇ ਵਿੱਚ ਰਹਿ ਜਾਂਦਾ ਹੈ। ਉਹ ਅਧੂਰਾ ਗਿਆਨ ਕੀ ਹੁੰਦਾ ਹੈ? ਅਧੂਰਾ ਗਿਆਨ ਹੁੰਦਾ ਹੈ ਵੀ ਪੜ੍ਹੀਏ ਨਾ ਪੂਜੀਏ, ਪੜ੍ਹਨਾ ਨਹੀਂ ਪਰ ਪੂਜਣਾ ਜ਼ਰੂਰ ਹੈ। ਸ਼ਰਧਾ ਅਸੀਂ ਕਹਿ ਦਿੰਦੇ ਹਾਂ, ਆਪਾਂ ਸਾਰੇ ਕਹਿੰਦੇ ਵੀ ਸਾਡੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸ਼ਰਧਾ ਹੈ। ਸ਼ਰਧਾ ਕਿਹਦੀ ਨਹੀਂ ਹੈਗੀ? ਸਾਰਿਆਂ ਦੀ ਸ਼ਰਧਾ ਹੈਗੀ ਹੈ, ਪਰ ਪੜ੍ਹਨ ਵਾਲਾ ਮਹਾਨ ਹੈ ਕਿ ਜਾਂ ਕੇਵਲ ਪੂਜਣ ਵਾਲਾ ਮਹਾਨ ਹੈ? ਇਹ ਹੁਣ ਗੁਰੂ ਨਾਨਕ ਸਾਹਿਬ ਜੀ ਦੱਸਣਗੇ ਨਾ, ਇਹ ਗੁਰਬਾਣੀ ਦੱਸਦੀ ਹੈ। ਕਹਿੰਦੇ ਨੇ ਕੋਈ ਗਾਵੇ ਕੋ ਸੁਣੇ, ਕੋਈ ਕਰੇ ਵਿਚਾਰ, ਕੋ ਦ੍ਰਿੜੇ ਕੋ ਉਪਦੇਸ਼ੈ। ਕਹਿੰਦੇ ਨੇ ਕੋਈ ਗਾਉਂਦਾ ਏ, ਕੋਈ ਵਿਚਾਰ ਕਰਦਾ ਏ, ਕੋਈ ਸ਼ਬਦ ਨੂੰ ਟਿਕਾ ਕੇ ਰੱਖਦਾ ਏ, ਪਰ ਕਹਿੰਦੇ ਨੇ ਕੋ ਉਪਦੇਸ਼ੇ, ਕੋਈ ਦੂਜਿਆਂ ਨੂੰ ਉਪਦੇਸ਼ ਕਰਦਾ ਏ, ਪਰ ਕਹਿੰਦੇ ਨੇ ਕੋ ਦ੍ਰਿੜੈ, ਦ੍ਰਿੜੇ ਜਿਨ੍ਹਾਂ ਨੇ ਦ੍ਰਿੜ ਕਰ ਲਿਆ। ਜਿਵੇਂ ਗੁਰਬਾਣੀ ਕਹਿੰਦੀ ਕੋਈ ਗਾਵੇ ਰਾਗੀ ਨਾਦੀ ਬੇਦੀ, ਬਹੁ ਭਾਂਤ ਕਰ ਨਹੀਂ ਹਰ ਹਰ ਪੀਜੇ ਰਾਮ ਰਾਜੇ। ਕਿੰਨਾ ਮੁਲਕ ਗਾ ਰਿਹਾ ਹੈ, ਕੌਣ ਕੌਣ ਗਾ ਰਿਹਾ? ਗਾਵਣ ਤਨੋ ਪਵਨ ਪਾਣੀ ਬੈ ਸੰਤਰ, ਗਾਵੇ ਰਾਜਾ ਧਰਮ ਦੁਆਰੇ। ਤੇ ਗੁਰੂ ਨਾਨਕ ਸਾਹਿਬ ਜੀ ਤਾਂ ਫਿਰ ਵੀ ਹੱਥ ਜੋੜ ਕੇ ਕਹਿ ਦਿੰਦੇ ਨੇ, ਮਹਾਰਾਜ ਮੈਂ ਦੱਸ ਹੀ ਨਹੀਂ ਸਕਦਾ, ਹੋਰ ਕਿਤੇ ਗਾਵਣ, ਕਿੰਨੇ ਕੁ ਲੋਕ ਤੈਨੂੰ ਗਾਉਂਦੇ ਪਏ ਨੇ, ਸੇ ਮੈਂ ਚਿੱਤ ਨਾ ਆਵਣ। ਅਜੇ ਤੱਕ ਮੇਰੀ ਮਤ, ਮੇਰੀ ਸੁਰਤ ਉਹਨਾਂ ਨੂੰ ਲਿਖ ਹੀ ਨਹੀਂ ਸਕਦੀ, ਸੇ ਮੈਂ ਚਿੱਤ ਨਾ ਆਵਣ, ਜਿਹੜੇ ਜਿਹੜੇ ਤੈਨੂੰ ਗਾ ਰਹੇ ਨੇ। ਸੇ ਮੈਂ ਚਿੱਤ ਨਾ ਆਵਣ, ਸਾਰਾ ਸੰਸਾਰ ਗਾ ਰਿਹਾ ਹੈ, ਪਰ ਕਹਿੰਦੇ ਨੇ ਦ੍ਰਿੜ ਕਿੰਨੇ ਕੀਤਾ? ਜਿਨ੍ਹਾਂ ਨੇ ਦ੍ਰਿੜ ਕੀਤਾ ਉਹਨਾਂ ਦੇ ਹਿਰਦੇ ਦੇ ਵਿੱਚ ਪਰਮਾਤਮਾ ਜੀ ਦਾ ਤਤ ਗਿਆਨ ਹਿਰਦੇ ਦੇ ਵਿੱਚ ਆਇਆ, ਜਿਸ ਨੂੰ ਸੁਖਮਨੀ ਸਾਹਿਬ ਜੀ ਕਹਿੰਦੇ ਨੇ ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼। ਇਸ ਕਰਕੇ ਸਰੀਰ ਤੌਰ ਤੇ ਸਿੱਖ ਅਸੀਂ ਸਾਰੇ ਹਾਂ, ਪਰ ਆਤਮਿਕ ਤੌਰ ਤੇ ਜੇ ਅੰਦਰੂਨੀ ਤੌਰ ਤੇ ਅਸੀਂ ਸੋਚੀਏ ਤਾਂ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸ਼ਬਦ ਨਹੀਂ ਹੈਗਾ। ਸਾਰੇ ਅਸੀਂ ਸਿੱਖ ਹਾਂ, ਪਰ ਜਦੋਂ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ, ਸਹਿਜ ਪਾਠ, ਸ਼ਬਦ ਵਿਚਾਰ ਸਾਡੇ ਕੋਲ ਨਹੀਂ ਹੁੰਦੀ, ਤੇ ਉਸ ਅਧੂਰੇ ਗਿਆਨ ਕਰਕੇ ਫਿਰ ਅਸੀਂ ਕੇਵਲ ਇਹਨੂੰ ਪੂਜਣ ਲੱਗ ਪੈਂਦੇ ਹਾਂ। ਫਿਰ ਤੇ ਪੂਜਣ ਦੇ ਕਰਕੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲੋਂ ਇੰਨੇ ਜ਼ਿਆਦਾ ਟੁੱਟ ਗਏ ਕਿ ਸਾਨੂੰ ਸਮਝ ਹੀ ਨਹੀਂ ਆ ਰਿਹਾ ਕਿ ਹੁਣ ਤਤ ਗਿਆਨ ਅਸਲ ਦੇ ਵਿੱਚ ਕੀ ਹੈ। ਜਿਵੇਂ ਗੁਰੂ ਬਾਣੀ ਕਹਿੰਦੇ ਨਾ, ਬ੍ਰਤ ਗੋਰ ਮੜੀ ਮਟ ਭੂਲ ਨਾ ਮਾਨੇ। ਕਹਿੰਦੇ ਨੇ ਜਦੋਂ ਪ੍ਰਮਾਤਮਾ ਜੀ ਦਾ ਤਤ ਗਿਆਨ ਆ ਗਿਆ ਨਾ, ਫਿਰ ਕਹਿੰਦੇ ਨੇ ਬ੍ਰਤ ਇਹ ਵਰਤ ਨਹੀਂ ਰੱਖੇਗਾ, ਮੜੀਆਂ ਨਹੀਂ ਪੂਜੇਗਾ, ਕਦੀ ਕਿਸੇ ਹੋਰ ਦੇਹਧਾਰੀ ਗੁਰੂ ਨੂੰ ਨਹੀਂ ਪੂਜੇਗਾ। ਬ੍ਰਤ ਗੋਰ ਮੜੀ ਮਠ ਭੂਲ ਨਾ ਮਾਨੇ, ਮੜੀਆਂ ਤੇ ਨਹੀਂ ਜਾਏਗਾ, ਫਿਰ ਹੋਰ ਕਿਸੇ ਦੀ ਨਹੀਂ ਪੂਜਾ ਕਰੇਗਾ, ਪੱਥਰਾਂ ਨੂੰ ਗਲ 'ਚ ਨਹੀਂ ਲਟਕਾਏਗਾ। ਫਿਰ ਇਹ ਕੇਵਲ ਤੇ ਕੇਵਲ ਅਕਾਲ ਪੁਰਖ ਪਰਮਾਤਮਾ ਜੀਆਂ ਨੂੰ ਮੰਨੇਗਾ, ਸਿਰਫ ਤੇ ਸਿਰਫ ਵਾਹਿਗੁਰੂ ਅਕਾਲ ਪੁਰਖ ਪਰਮਾਤਮਾ ਜੀ ਦੇ ਰੱਬ ਨੂੰ, ਜਿਹੜਾ ਅਕਾਲ ਪੁਰਖ ਪਰਮਾਤਮਾ ਸਮੇਂ ਦੇ ਵਿੱਚ ਨਹੀਂ ਆਉਂਦਾ। ਤਤ ਗਿਆਨ ਤਿਸ ਮਨ ਪ੍ਰਗਟਾਇਆ, ਉਹਦੇ ਮਨ ਦੇ ਵਿੱਚ ਤਤ ਗਿਆਨ ਪ੍ਰਗਟ ਹੋ ਜਾਂਦਾ ਹੈ। ਭੈ ਤੇ ਨਿਰਭਉ ਹੋਏ ਬਸਾਨਾ। ਕਹਿੰਦੇ ਨੇ ਜਿਹੜਾ ਹਰ ਵੇਲੇ ਡਰਿਆ ਰਹਿੰਦਾ ਸੀ ਨਾ ਮਨੁੱਖ, ਉਹਨੇ ਹੁਣ ਨਿਰਭਉ ਹੋ ਗਿਆ।
ਨਿਰਭਉ ਹੋ ਗਿਆ। ਤਤ ਗਿਆਨ ਪ੍ਰਗਟ ਹੋਣ ਤੋਂ ਬਾਅਦ ਹੀ ਇਹ ਨਿਰਭਉ ਹੋਇਆ। ਸਭ ਤੋਂ ਪਹਿਲਾਂ ਇਹ ਡਰਿਆ ਕਿਹੜੀ ਗੱਲ ਤੋਂ ਹੈ? ਮੌਤ ਡਰਾਵਣੀ ਨਹੀਂ ਹੈਗੀ, ਮੌਤ ਤੋਂ ਨਹੀਂ ਡਰ ਲੱਗਦਾ ਇਹਨੂੰ। ਮੌਤ ਕਿਉਂਕਿ ਉਹ ਇੱਕ ਛੁਟਕਾਰਾ ਹੈ ਸਰੀਰ ਦਾ। ਮੌਤ ਡਰਾਵਣੀ ਨਹੀਂ ਹੈ, ਮੌਤ ਦੇ ਕਾਰਨ ਡਰਾਵਣੇ ਨੇ। ਮੌਤ ਕਿਉਂ ਡਰਾਵਣੀ ਹੈ? ਮੌਤ ਜਦੋਂ ਮੌਤ ਮਰ ਹੀ ਗਿਆ ਬੰਦਾ, ਉਸ ਤੋਂ ਬਾਅਦ ਭਾਵੇਂ ਸਰੀਰ ਨੂੰ ਸਾੜ ਦਿਓ, ਪਾਣੀ 'ਚ ਸੁੱਟ ਦਿਓ, ਉਹਨੂੰ ਭਾਵੇਂ ਅਗਰਬੱਤੀਆਂ ਦੇਈ ਜੋ, ਉਹਨੂੰ ਕੁਛ ਫਰਕ ਨਹੀਂ ਪੈਣਾ। ਮੌਤ ਦੇ ਕਾਰਨ ਡਰਾਵਣੇ ਨੇ, ਮੌਤ ਡਰਾਵਣੀ ਨਹੀਂ ਹੈਗੀ। ਤੇ ਜਦੋਂ ਕਾਰਨ ਡਰਾਵਣੇ ਬਣ ਜਾਂਦੇ ਤੇ ਫਿਰ ਮੌਤ ਵੀ ਡਰਾਵਣੀ ਲੱਗਦੀ ਹੈ। ਇਸੇ ਕਰਕੇ ਅਸੀਂ ਅਕਾਲ ਪੁਰਖ ਪ੍ਰਮਾਤਮਾ ਜੀਆਂ ਦੇ ਕੋਲ ਆ ਕੇ ਅਰਦਾਸ ਕਰਦੇ ਆ। ਪਰ ਸਤਿਗੁਰੂ ਜੀ ਕਹਿੰਦੇ ਨੇ ਤੂੰ ਸਮਝ ਕਿ ਪਹਿਲਾਂ ਮਰਨ ਕਬੂਲ, ਪਹਿਲਾਂ ਇਹ ਕਬੂਲ ਲੈ ਕੇ ਮਰਨਾ ਸੱਚ ਹੈ। ਜੀਵਨ ਕੀ ਛੱਡ ਆਸ, ਜੀਵਨ ਦੀ ਆਸ ਹੀ ਛੱਡ ਦੇ। ਹੁਣ ਜੀਵਨ ਦੀ ਆਸ, ਜੇ ਬੰਦਾ ਆਖੇ ਵੀ ਜੀਵਨ ਦੇ ਵਾਸਤੇ ਤਾਂ ਅਸੀਂ ਰੱਬ ਅੱਗੇ ਅਰਦਾਸਾਂ ਕਰਦੇ ਹਾਂ, ਮਹਾਰਾਜ ਕਾਰਜ ਦੇ ਵਿੱਚ ਸਫਲ ਹੋਈਏ, ਅਸੀਂ ਧੀਆਂ ਪੁੱਤਰ ਸਾਡੇ ਸੁੱਖ ਆਨੰਦ ਮਾਣ, ਰਿਜ਼ਕ ਮਿਲੇ, ਭੋਜਨ ਮਿਲੇ, ਸਭ ਕੁਝ ਮਿਲੇ, ਅਸੀਂ ਮਹਾਰਾਜ ਦੇ ਅੱਗੇ ਅਰਦਾਸਾਂ ਕਰਦੇ ਹਾਂ। ਫਿਰ ਮਹਾਰਾਜ ਕਹਿੰਦੇ ਵੀ ਜੀਵਨ ਦੀ ਆਸ ਹੀ ਛੱਡ ਦੇ। ਇਹ ਕਿਵੇਂ ਹੋਇਆ? ਵੀ ਆਪੇ ਸੰਸਾਰ ਦੇ ਵਿੱਚ ਸਾਨੂੰ ਭੇਜਿਆ ਕਿ ਜਾ ਕੇ ਉੱਥੇ ਉਮਰ ਭੋਗਣੀ ਹੈ, ਉੱਥੇ ਸੰਸਾਰ ਦੇ ਵਿੱਚ ਰਹਿਣਾ, ਤੇ ਰੱਬ ਆਪ ਹੀ ਸਾਨੂੰ ਕਹਿੰਦਾ ਵੀ ਤੂੰ ਜਿਉਣ ਦੀ ਆਸ ਛੱਡ ਦੇ। ਜਿਉਣ ਦੀ ਆਸ ਤੋਂ ਭਾਵ ਹੁੰਦਾ ਹੈ ਕਿ ਕਈ ਵਾਰੀ ਅਸੀਂ ਸੋਚਦੇ ਹਾਂ ਵੀ ਅਸੀਂ ਮਰੀਏ ਹੀ ਨਾ। ਇਹ ਸਾਨੂੰ ਵੀ ਪਤਾ ਵੀ ਜਦ ਰੱਬ ਨੇ ਸਾਨੂੰ ਉਮਰ ਦਿੱਤੀ ਹੈ, ਜੇ ਭਾਵੇਂ ਅਸੀਂ 10 ਸਾਲ ਜੀਏ, ਭਾਵੇਂ 20 ਸਾਲ ਜੀਏ, ਜਿਉਣਾ ਤਾਂ ਉਨਾ ਚਿਰ ਹੀ ਹੈ। ਪਰ ਮਹਾਰਾਜ ਕਹਿੰਦੇ ਨੇ ਕੇਵਲ ਇਸੇ ਡਰ ਤੋਂ ਰਹਿੰਦਾ ਹੋਇਆ, ਇਸੇ ਡਰ ਦੇ ਵਿੱਚ ਰਵੇਂਗਾ ਤੇ ਤੂੰ ਤਾਂ ਘਰ ਤੋਂ ਬਾਹਰ ਹੀ ਨਹੀਂ ਨਿਕਲ ਸਕਦਾ ਵੀ ਮੈਨੂੰ ਮੌਤ ਨਾ ਵਿਆਪ ਸਕੇ। ਤੂੰ ਰਿਜ਼ਕ ਨਹੀਂ ਕਮਾ ਸਕਦਾ। ਫਿਰ ਕਿਉਂ? ਘਰ ਤੋਂ ਬਾਹਰ ਨਿਕਲੇਗਾ, ਕੀ ਪਤਾ ਹੋ ਸਕਦਾ ਤੂੰ ਪੈਰ ਤਿਲਕ ਜੇ ਤੇ ਤੂੰ ਡਿੱਗ ਪਵੇਂ ਤੇ ਤੇਰੀ ਮੌਤ ਹੋ ਜਾਵੇ। ਇਸ ਕਰਕੇ ਨਹੀਂ, ਸਤਿਗੁਰੂ ਜੀ ਕਹਿੰਦੇ ਨੇ ਵੇਖ ਤੇਰੇ ਅੰਦਰ ਦੇ ਡਰ ਜਿਹੜੇ ਕਾਰਨ ਬਣੇ ਨਾ ਤੈਨੂੰ ਡਰਾਉਣ ਵਾਲੇ, ਉਹ ਕਾਰਨ ਕਿਹੜੇ ਕਿਹੜੇ ਨੇ। ਪਹਿਲਾਂ ਤੇ ਡਰਿਆ ਕਿ ਮਹਾਰਾਜ ਮੈਂ ਕੀ ਕਮਾਵਾਂਗਾ, ਕੀ ਖਾਵਾਂਗਾ, ਕਿਵੇਂ ਆਪਣਾ ਘਰ-ਬਾਰ ਚਲਾਵਾਂਗਾ। ਤੇ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ ਹੌਸਲਾ ਰੱਖ, ਕਾਹੇ ਰੇ ਮਨ ਚਿੱਤ ਵਹਿ ਉਦਮ। ਕਿਹੜੀ ਗੱਲ ਦੀ ਚਿੰਤਾ ਕਰਦਾ ਪਿਆ ਹੈ ਕਿ ਮੈਂ ਖਾਵਾਂਗਾ ਕੀ, ਕਮਾਵਾਂਗਾ ਕੀ, ਕਾਹੇ ਰੇ ਮਨ ਚਿੱਤ ਵਹਿ ਉਦਮ। ਜਾਂ ਆਹਾਰ ਹਰ ਜੀਓ ਪਰਿਆਜਾ, ਤੇਰੇ ਵਾਸਤੇ ਭੋਜਨ ਰੱਬ ਜੀ ਨੇ ਪਹਿਲਾਂ ਹੀ ਸੰਸਾਰ ਦੇ ਵਿੱਚ ਭੇਜ ਦਿੱਤਾ। ਤੇ ਜੇ ਬੰਦਾ ਆਖੇ ਵੀ ਕਿਵੇਂ ਭੇਜਿਆ, ਮਾਰੇ ਕਹਿੰਦੇ ਨੇ ਵੇਖ ਸੈਲ ਪੱਥਰ ਮੈਂ ਜੰਤ ਉਪਾਏ। ਸਿਲ ਦੇ ਵਿੱਚ, ਪੱਥਰਾਂ ਦੇ ਵਿੱਚ ਜੰਤੂ ਪੈਦਾ ਕਰਕੇ ਤਾਕਾ ਰਿਜ਼ਕ ਆਗੇ ਕਰ ਧਰਿਆ। ਉਹਦਾ ਰਿਜ਼ਕ ਅੱਗੇ ਕਰਕੇ ਸਤਿਗੁਰੂ ਜੀ ਨੇ ਪਹਿਲਾਂ ਹੀ ਭੇਜ ਦਿੱਤਾ। ਹੁਣ ਜੇ ਬੰਦਾ ਆਖੇ ਵੀ ਚਲੋ ਠੀਕ ਹੈ, ਫਿਰ ਜਿਹੜੇ ਬਾਕੀ ਜੀਵ ਨੇ ਉਹ ਕਿੱਥੇ ਜਾਂਦੇ ਨੇ? ਮਹਾਰਾਜ ਕਹਿੰਦੇ ਨੇ ਜੀਆਂ ਕਾ ਆਹਾਰ ਜੀ। ਇੱਕ ਜੀਵ ਦੂਜੇ ਜੀਵ ਨੂੰ ਖਾ ਕੇ ਗੁਜ਼ਾਰਾ ਕਰ ਲੈਂਦਾ, ਉਹਨਾਂ ਦਾ ਭੋਜਨ ਹੀ ਇਹ ਆ। ਇਸ ਕਰਕੇ ਬਾਕੀ ਜੀਵ ਇੱਕ ਦੂਸਰੇ ਜੀਵ ਨੂੰ ਖਾ ਕੇ ਆਪਣਾ ਆਹਾਰ ਕਰ ਲੈਂਦੇ ਨੇ। ਜੀਆਂ ਕਾ ਆਹਾਰ ਜੀ। ਫਿਰ ਸਤਿਗੁਰੂ ਜੀ ਅੱਗੇ ਮਹਾਰਾਜ ਬਾਣੀ ਦੇ ਵਿੱਚ ਕਹਿੰਦੇ ਨੇ ਵੇਖੋ ਜੇ ਪ੍ਰਮਾਤਮਾ ਜੀਆਂ ਦੇ ਨਾਮ ਨੂੰ ਜਪਾਂਗੇ, ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਉਹਨਾਂ ਦਾ ਡਰ ਦੂਰ ਹੋ ਗਿਆ, ਖਤਮ ਹੋ ਗਿਆ, ਜਿਨ੍ਹਾਂ ਨੇ ਨਿਰਭਉ ਪ੍ਰਮਾਤਮਾ ਜੀ ਨੂੰ ਧਿਆਇਆ। ਤੇ ਨਿਰਭਉ ਕਿਵੇਂ ਹੋਇਆ ਜਾਂਦਾ ਹੈ? ਜਦੋਂ ਅਕਾਲ ਪੁਰਖ ਪ੍ਰਮਾਤਮਾ ਜੀ ਨੇ ਕਹਿ ਦਿੱਤਾ ਵੀ ਮੌਤ ਜਿਹੜੀ ਹੈ ਉਹ ਭਿਆਨਕ ਨਹੀਂ ਹੈਗੀ, ਮੌਤ ਦੇ ਕਾਰਨ ਭਿਆਨਕ ਨੇ। ਕਿਉਂ? ਜੇ ਤੁਸੀਂ ਯੋਧੇ ਬਣ ਕੇ ਰਣ ਦੇ ਵਿੱਚ ਜੂਝਦੇ ਹੋ, ਉੱਥੇ ਮੌਤ ਭਿਆਨਕ ਨਹੀਂ ਲੱਗਦੀ ਜੇ। ਪਰ ਜਦੋਂ ਤੁਸੀਂ ਜਿਉਣ ਦੀ ਆਸਾ ਕਰਕੇ, ਹੁਣ ਜਿਹੜਾ ਬੰਦਾ ਚੋਰ ਹੈ ਜਾਂ ਲਾਲਚੀ ਹੈ, ਉਹ ਮੌਤ ਤੋਂ ਜ਼ਿਆਦਾ ਡਰਦਾ ਹੈ। ਕਿਉਂ ਭਲਾ? ਉਹ ਇਸ ਕਰਕੇ ਕਿਉਂਕਿ ਲਾਲਚੀ ਬੰਦੇ ਨੂੰ ਇਹ ਹੁੰਦਾ ਹੈ ਕਿ ਮੈਂ ਕੁਝ ਵੱਧ ਕਮਾਵਾਂਗਾ ਤੇ 4 ਦਿਨ ਬਹਿ ਕੇ ਖਾਵਾਂਗਾ। ਇਸ ਕਰਕੇ ਉਹ ਮੌਤ ਤੋਂ ਡਰਦਾ ਹੈ, ਕਿਉਂਕਿ ਉਹਦੀ ਲਾਲਸਾ ਹੈ ਕਿ ਮੈਂ 4 ਦਿਨ ਵੱਧ ਬਹਿ ਕੇ ਖਾ ਸਕਦਾ ਹੈ ਤਾਂ ਕਿ ਮੈਨੂੰ ਬੈਠੇ ਨੂੰ ਮਿਲੇ। ਜਿਹੜਾ ਚੋਰ ਹੈ ਉਹਨੇ ਚੋਰੀ ਕਿਉਂ ਕੀਤੀ? ਉਸ ਵੀ ਇਸੇ ਕਰਕੇ ਕਿ ਮੈਨੂੰ ਵਿਹਲੇ ਨੂੰ ਮਿਲੇਗੀ ਤੇ ਮੈਂ ਲੰਮਾ ਸਮਾਂ ਇਹਨੂੰ ਖਾ ਸਕਦਾ ਹੈ।
ਪਰ ਉਸੇ ਬੰਦੇ ਨੂੰ ਜੇ ਕਿਤੇ ਮਰਨਾ ਪੈ ਜਾਵੇ ਤੇ ਉਹ ਹੁਣ ਰੋਏਗਾ ਕਿ ਕੀ ਕਰੇਗਾ? ਫਿਰ ਇਹੀ ਆਖੇਗਾ ਨਾ ਵੀ ਮੈਂ ਤਾਂ ਕਰਨ ਕੀ ਚੱਲਿਆ ਸੀ ਪਰ ਬਣ ਕੇ ਗਿਆ। ਪਰ ਜਿਹੜਾ ਸਬਰ ਦੇ ਵਿੱਚ ਰਹਿੰਦਾ ਹੈ, ਸੰਤੋਖ ਦੇ ਵਿੱਚ ਰਹਿੰਦਾ ਹੈ, ਉਸ ਸਬਰ ਸੰਤੋਖ ਵਾਲੇ ਬੰਦੇ ਦੇ ਅੰਦਰ ਫਿਰ ਪ੍ਰਮਾਤਮਾ ਦਾ ਨਾਮ ਟਿਕਦਾ ਹੈ, ਰੱਬ ਦੀ ਬੰਦਗੀ ਟਿਕਦੀ ਹੈ, ਜਿਨੇ ਸਬਰ ਸੰਤੋਖ। ਕਿਉਂਕਿ ਜਿਹੜਾ ਬੰਦਾ ਸੰਸਾਰ ਦੇ ਵਿੱਚ ਸਬਰ ਸੰਤੋਖ ਵਿੱਚ ਰਹਿਣ ਲੱਗ ਪਿਆ, ਉਹਨੇ ਪ੍ਰਮਾਤਮਾ ਨੂੰ ਵੀ ਸਬਰ ਸੰਤੋਖ ਰਾਹੀਂ ਲੱਭਣਾ ਹੈ। ਕਿਉਂਕਿ ਹੁਣ ਜੇ ਪ੍ਰਮਾਤਮਾ ਨੂੰ ਸਬਰ ਦੇ ਰਾਹੀਂ ਪਾਇਆ ਜਾਂਦਾ ਨਾ, ਸਬਰ ਕਿੰਨਾ ਕਿੰਨਾ ਸਬਰ ਕੀਤਾ ਜਾਂਦਾ ਹੈ। ਲੋਕੀ ਪ੍ਰਮਾਤਮਾ ਨੂੰ ਜਪਦੇ ਨੇ ਤੇ ਕਈ ਵਾਰੀ ਅਸੀਂ ਕਹਿੰਦੇ ਨੇ ਭਗਤਾਂ ਨੇ ਕਿਵੇਂ ਪਾਲਿਆ, ਰੱਬ ਦਾ ਨਾਮ ਭਗਤਾਂ ਨੇ ਕਿਵੇਂ ਜਪ ਲਿਆ, ਉਹਨਾਂ ਨੂੰ ਕਿਵੇਂ ਪ੍ਰਮਾਤਮਾ ਮਿਲ ਗਿਆ। ਤੇ ਕਦੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪੜ੍ਹ ਕੇ ਵੇਖੋ, ਭਗਤਾਂ ਦੇ ਨਾਲ ਕੀਤਾ ਕੀ ਇਹ ਲੋਕਾਂ ਨੇ। ਉਹਨਾਂ ਨੂੰ ਬੁਰਾ ਆਖਿਆ ਗਿਆ, ਉਹਨਾਂ ਨੂੰ ਤਾਨੇ ਮਾਰੇ ਗਏ, ਉਹਨਾਂ ਦੇ ਨਾਲ ਦੁਰਵਿਵਹਾਰ ਕਰਨ ਦਾ ਯਤਨ ਕੀਤਾ ਗਿਆ, ਮਾਰਨ ਦਾ ਯਤਨ ਕੀਤਾ ਗਿਆ, ਉਹਨਾਂ ਨੂੰ ਖਤਮ ਕਰਨ ਦਾ ਯਤਨ ਕੀਤਾ ਗਿਆ। ਪਰ ਉਹਨਾਂ ਨੇ ਭਰੋਸਾ ਇੱਕ ਅਕਾਲ ਪੁਰਖ ਪਰਮਾਤਮਾ ਤੇ ਰੱਖਿਆ, ਇੱਕ ਵਾਹਿਗੁਰੂ ਦੇ ਉੱਪਰ ਭਰੋਸਾ ਰੱਖਿਆ। ਤੇ ਉਹ ਕਹਿੰਦੇ ਨੇ ਕਬੀਰ ਜਾਤ ਜਲਾਹਾ ਕਿਆ ਕਰੇ। ਕਹਿੰਦੇ ਨੇ ਲੋਕੀ ਮੈਨੂੰ ਕਹਿੰਦੇ ਸੀ ਤੂੰ ਜਲਾਇਆ ਹੈ, ਤੇ ਜਲਾਇਆ ਬੰਦਾ ਰੱਬ ਨੂੰ ਕਿੱਥੇ ਜਪ ਸਕਦਾ ਹੈ, ਤੇਰੀ ਨੀਵੀਂ ਜਾਤ ਹੈ। ਤੇ ਜਲਾਇਆਂ ਦਾ ਮੁੰਡਾ ਕਹਿੰਦੇ ਰੱਬ ਨੂੰ ਜਪਦਾ ਪਿਆ, ਤਾਂ ਹਾਸੋਹੀਣੀ ਗੱਲ ਹੋ ਗਈ। ਪਰ ਕਬੀਰ ਸਾਹਿਬ ਜੀ ਕਹਿੰਦੇ ਨੇ ਬਲਿਹਾਰੀ ਇਸ ਜਾਤ ਕੋ, ਮੈਂ ਨਾ ਇਸ ਜਾਤ ਤੋਂ ਬਲਿਹਾਰ ਜਾਂਦਾ ਹੈ ਜਿਹੜੀ ਜਾਤੀ ਦੇ ਵਿੱਚ ਰਹਿ ਕੇ ਮੈਨੂੰ ਪ੍ਰਮਾਤਮਾ ਮਿਲ ਗਿਆ, ਰੱਬ ਮਿਲ ਗਿਆ, ਮੈਂ ਇਸ ਜਾਤ ਤੋਂ ਬਲਿਹਾਰ ਜਾਂਦਾ ਹੈ। ਇਸ ਕਰਕੇ ਜਾਤ ਪਾਤ ਊਚ ਨੀਚ ਭੇਦ ਪਾਵੇ ਸੰਸਾਰ ਦੇ ਵਿੱਚ, ਰੱਬ ਦੇ ਵਿੱਚ ਨਹੀਂ ਹੈਗੇ, ਘਰ ਦੇ ਵਿੱਚ ਨਹੀਂ ਹੈਗੇ। ਭੈ ਤੇ ਨਿਰਭਉ ਹੋਏ ਬਸਾਨਾ। ਤੇ ਮੋਤੀ ਰਾਮ ਮਹਿਰਾ ਜਦੋਂ 4 ਛੋਟੇ ਸਾਹਿਬਜ਼ਾਦਿਆਂ ਨੂੰ ਦੁੱਧ ਪਿਲਾਉਣ ਵਾਸਤੇ ਜਾਂਦਾ ਹੈ, ਤੇ ਜੇ ਉਹਨੂੰ ਮੌਤ ਦਾ ਡਰ ਹੁੰਦਾ ਤੇ ਉਹ ਕਿਉਂ ਜਾਂਦਾ? ਕਿਉਂ ਜਾਂਦਾ ਉਹ? ਫਿਰ ਜੇ ਮੌਤ ਦਾ ਡਰ ਹੁੰਦਾ ਤੇ ਉਹ ਕਿਉਂ ਉਹਨਾਂ ਬੱਚਿਆਂ ਨੂੰ ਦੁੱਧ ਪਿਆਉਂਦਾ? ਪਰ ਉਹਨਾਂ ਨੇ ਕੀ ਕੀਤਾ? ਉਹਨਾਂ ਨੇ ਨਿਰਭਉ ਅਕਾਲ ਪੁਰਖ ਪਰਮਾਤਮਾ ਜੀ ਨੂੰ ਧਿਆਨ ਦੇ ਵਿੱਚ ਰੱਖਿਆ। ਨਿਰਭਉ ਜਪੇ ਸਗਲ ਭਉ ਮਿਟੇ। ਮੌਤ ਦਾ ਡਰ ਹੀ ਨਹੀਂ ਰਹਿ ਗਿਆ ਤੇ ਫਿਰ ਬਾਕੀ ਡਰ ਕੀ ਹੋਣਗੇ? ਜਦੋਂ ਮੌਤ ਦੇ ਡਰ ਤੋਂ ਨਹੀਂ ਡਰ ਲੱਗਦਾ, ਮੌਤ ਭਿਆਨਕ ਨਹੀਂ, ਉਹਦੇ ਡਰ, ਉਹਦੇ ਕਾਰਨ ਕਿਵੇਂ ਮਾਰਿਆ ਜਾਵੇਗਾ, ਤਸੀਹੇ ਦੇ ਕੇ ਮਾਰਿਆ ਜਾਵੇਗਾ, ਉਹਨਾਂ ਤੋਂ ਡਰ ਲੱਗਦਾ ਹੈ। ਸਿਰਫ ਮੋਤੀ ਮਹਿਰੇ ਜਦੋਂ ਪਤਾ ਲੱਗਾ ਵਜ਼ੀਰ ਖਾਨ ਨੂੰ ਨੇ ਕੀਤਾ ਕੀ ਹੈ, ਫਿਰ ਉਹਨੇ ਕੀ ਕੀਤਾ? ਇਹਨਾਂ ਦੇ ਸਾਰੇ ਪਰਿਵਾਰ ਨੂੰ ਕੋਲੂ ਦੇ ਵਿੱਚ ਪੀੜ ਦਿੱਤਾ। ਹੁਣ ਕੋਲੂ ਕੀ ਹੁੰਦਾ? ਜਿਹਦੇ ਵਿੱਚ ਗੰਨੇ ਦਾ ਰਸ ਕੱਢਿਆ ਜਾਂਦਾ ਹੈ, ਉਹਨੂੰ ਕੋਲੂ ਆਖਿਆ ਜਾਂਦਾ ਹੈ। ਕੋਲੂ ਦੇ ਵਿੱਚ ਪੀੜ ਦਿੱਤਾ ਗਿਆ। ਜਾਂ ਗੰਨੇ ਦਾ ਰਸ ਕੱਢਿਆ ਜਾਂਦਾ ਹੈ, ਤੇ ਜਾਂ ਫਿਰ ਜਿਹੜੀ ਸਰੋਂ ਹੁੰਦੀ ਉਹਨੂੰ ਪੀਸ ਕੇ ਤੇ ਖਲ ਬਣਾਈ ਜਾਂਦੀ, ਜਾਂ ਉਸ ਨੂੰ ਵੀ ਕੋਲੂ ਕਿਹਾ ਜਾਂਦਾ ਹੈ। ਪਹਿਲਾਂ ਇਹਨਾਂ ਦੀ ਮਾਤਾ ਜੀ, ਬਜ਼ੁਰਗ ਮਾਤਾ ਨੂੰ ਕੋਲੂ ਦੇ ਵਿੱਚ ਪੀੜਿਆ ਗਿਆ, ਵਿੱਚ ਦੀ ਕੱਢਿਆ ਗਿਆ। ਫਿਰ ਛੋਟਾ ਜਿਹਾ ਇੱਕ ਬੱਚਾ ਹੈ, ਉਹਨੂੰ ਕੋਲੂ ਦੇ ਵਿੱਚ ਪੀੜਿਆ ਗਿਆ। ਫਿਰ ਅਜੇ ਵੀ ਕਹਿੰਦੇ ਮੋਤੀ ਰਾਮ ਅਜੇ ਵੀ ਤੂੰ ਬਚ ਸਕਦਾ ਹੈ, ਤੇਰਾ ਭਲਾ ਹੋ ਸਕਦਾ। ਉਹ ਕਹਿੰਦਾ ਨਹੀਂ, ਹੁਣ ਤਾਂ ਮੈਂ ਮਰਨ ਵਾਸਤੇ ਤਿਆਰ ਹਾਂ, ਪਹਿਲਾਂ ਮਰਨ ਕਬੂਲ ਲਿਆ, ਮੈਂ ਮਰਨਾ ਹੁਣ। ਉਹਦੇ ਪਰਿਵਾਰ ਨੂੰ, ਉਹਨੂੰ ਵੀ ਫਿਰ ਕੋਲੂ ਦੇ ਵਿੱਚ ਪੀੜ ਦਿੱਤਾ ਗਿਆ। ਜਦੋਂ ਮੌਤ ਦਾ ਡਰ ਹੀ ਨਹੀਂ ਰਹਿ ਗਿਆ ਤੇ ਬਾਕੀ ਡਰਾਂ ਨੂੰ ਕੀ ਕਰਨਾ ਹੈ? ਬਾਕੀ ਡਰ ਨਹੀਂ ਡਰਾ ਸਕਦੇ। ਭੈ ਤੇ ਨਿਰਭਉ ਹੋਏ ਬਸਾਨਾ, ਜਿਸ ਤੇ ਉਪਜਿਆ ਤਿਸ ਮਾਏ ਸਮਾਨੋ। ਨੂੰ ਪਤਾ ਲੱਗ ਜਾਂਦਾ ਵੀ ਜਿਸ ਪ੍ਰਮਾਤਮਾ ਜੀ ਨੇ ਸਾਨੂੰ ਸਾਜਿਆ ਹੈ ਉਹਦੇ ਵਿੱਚ ਜਾ ਕੇ ਸਮਾ ਜਾਣਾ ਹੈ। ਤੇ ਸਤਿਗੁਰੂ ਜੀ ਕਹਿੰਦੇ ਨੇ ਬਸਤ ਮਾਹੇ ਲੈ ਬਸਤ ਗਡਾਈ। ਹੁਣ ਇਹ ਆਤਮਾ ਪ੍ਰਮਾਤਮਾ ਦੇ ਵਿੱਚ ਲੀਨ ਹੋ ਗਈ। ਤਾਕ ਕੋ ਭਿੰਨ ਨਾ ਕਹਿਣਾ ਜਾਈ। ਉਹਨਾਂ ਨੂੰ ਕੋਈ ਭਿੰਨ ਨਹੀਂ ਕਰ ਸਕਦਾ। ਜਿਹੜੇ ਰੱਬ ਦੇ ਨਾਲ ਮਿਲ ਗਏ ਨਾ, ਉਹਨਾਂ ਨੂੰ ਕੋਈ ਵੱਖ ਨਹੀਂ ਕਰ ਸਕਦਾ, ਜੋ ਮਰਜ਼ੀ ਹੋ ਜਾਵੇ। ਬੂਝੇ ਬੁਝਨਹਾਰ ਵਿਵੇਕ, ਇਹ ਗੱਲ ਉਹੀ ਜਾਣ ਸਕਦਾ ਜਿਵੇਂ ਆਪਾਂ ਕਹਿੰਦੇ ਨੇ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ। ਵਿਵੇਕ ਕਹਿੰਦੇ ਨੇ ਉਹ ਵਿਵੇਕ ਦੇ ਵਿੱਚ ਸਾਰਾ ਕੁਛ ਆ ਜਾਂਦਾ, ਚੰਗੀ ਮੱਤ ਆ ਜਾਂਦੀ ਹੈ, ਚੰਗੀ ਬੁੱਧ ਆ ਜਾਂਦੀ, ਸਾਰਾ ਕੁਛ ਵਿਵੇਕ ਸਾਨੂੰ ਸੋਝੀ ਹੋਵੇ। ਤੇ ਕਹਿੰਦੇ ਬੂਝੇ ਬੂਝਨਹਾਰ ਵਿਵੇਕ, ਨਾਰਾਇਣ ਮਿਲੇ ਨਾਨਕ ਏਕ। ਤੇ ਕਹਿੰਦੇ ਨੇ ਹੁਣ ਨਾਰਾਇਣ ਦੇ ਨਾਲ ਮਿਲ ਕੇ ਅਸੀਂ ਜੀਵ ਵੀ ਪ੍ਰਮਾਤਮਾ ਦਾ ਰੂਪ ਹੋ ਗਏ, ਅਕਾਲ ਪੁਰਖ ਪ੍ਰਮਾਤਮਾ ਜੀ ਦੇ ਵਿੱਚ ਮਿਲ ਗਏ। ਤੇ ਸਭ ਤੋਂ ਪਹਿਲਾਂ ਸਤਿਗੁਰੂ ਜੀ ਕਹਿੰਦੇ ਨੇ ਜਿਨ੍ਹਾਂ ਨੇ ਸੱਚੇ ਰੱਬ ਨੂੰ ਜਾਣ ਲਿਆ ਨਾ, ਉਹਦੇ ਲਈ ਇਹ ਸਾਰਾ ਕੁਛ ਵੀ ਸੱਚਾ ਹੈ। ਉਹਦੇ ਲਈ ਫਿਰ ਮੌਤ ਦਾ ਡਰ ਉਹਨੂੰ ਕੋਈ ਡਰਾ ਨਹੀਂ ਸਕਦਾ, ਭੁੱਖ ਉਹਨੂੰ ਡਰਾ ਨਹੀਂ ਸਕਦੀ, ਦੁੱਖ ਉਹਨੂੰ ਡਰਾ ਨਹੀਂ ਸਕਦਾ। ਕੇਵਲ ਹਰ ਵਕਤ ਅਕਾਲ ਪੁਰਖ ਪਰਮਾਤਮਾ ਨੂੰ ਜਪਦਾ ਹੈ। ਪਰ ਕਹਿੰਦੇ ਨੇ ਇਹ ਵਿਵੇਕੀ ਬੰਦਾ ਹੀ ਜਾਣ ਸਕਦਾ ਹੈ, ਜਿਹਦੇ ਕੋਲ ਰੱਬ ਦਾ ਗਿਆਨ
ਹਿਰਦੇ ਦੇ ਵਿੱਚ ਆ ਗਿਆ। ਤੇ ਗਿਆਨ ਲੈਣ ਲਈ ਸਾਨੂੰ ਵਿਸ਼ਵਾਸ ਬਣਾਉਣਾ ਪੈਂਦਾ ਹੈ। ਜਾ ਕੇ ਹਿਰਦੇ ਵਿਸ਼ਵਾਸ ਪ੍ਰਭ ਆਇਆ। ਗੁਰੂ ਅੱਗੇ ਅਰਦਾਸ ਕਰੀਏ, ਮਹਾਰਾਜ ਸਾਨੂੰ ਭਰੋਸਾ ਦਾਨ ਬਖਸ਼ੋ, ਵਿਸਾਹ ਦਾਨ ਬਖਸ਼ੋ, ਤਾਂ ਕਿ ਅਸੀਂ ਉਸ ਵਿਸ਼ਵਾਸ ਭਰੋਸੇ ਨੂੰ ਲੈ ਕੇ ਤੁਹਾਡਾ ਨਾਮ ਜਪ ਸਕੀਏ। ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਖਿਮਾ ਕਰਨੀਆਂ ਜੀ। ਪਿਆਰ ਸਤਿਕਾਰ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਵਾਹਿਗੁਰੂ ਸਾਹਿਬ ਜੀਓ। ਰਾਮ ਕਲੀ ਮਹਿਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ